एक ओंकार सत्य गुरु प्रसाद। हमें दृष्ट शुभ करे हरे यग पाप सगल मल। काम क्रोध अर लोभ मोह वस करे सब है बल। सदा सुख मन वसै दुख संसार खोवै। गुर नवनित दरियाओ जन्म हम कालख धोवै। सो कहो टल गुर सेवियै अहनस सहज सुभाए। दर्शन परसे गुरु के जन्म मरण दुख जाए। सतनाम वाहिगुरु साहिब जियो। मांझ महला तीजा। गोविंद ऊजल ऊजल हंसा मन बाणी निर्मल मेरी मनसा। गोविंद ऊजल ऊजल हंसा मन बाणी निर्मल मेरी मनसा। मन ऊजल सदा मुख सो है अति ऊजल नाम ते आवणिया। हाँ वारी जियो वारी गोबिंद गुण गावणिया। गोबिंद गोबिंद कहे दिन राती गोबिंद गुण शब्द सुनावणिया रहा। गोबिंद गावें सहज सुभाए गुर कै पहै ऊजल हऊँ मैं मल जाए। सदा आनंद रहें भगत करें दिन राती सुन गोबिंद गुण गावणिया। मनुआ नाचै भगत दिरड़ाए गुर कै शब्द मनै मन मिलाए। सच्चा ताल पूरे माया मोह चुकाए। शब्दे नृत करावणिया ऊंचा कूके तन्ह पछाड़े। माया मोह जोहया जम काले। माया मोह इस मनह नचाए। अंतर कपट दुख पावणिया गुरमुख भगत जाय आप कराए। मन तन तन मन राता सहज सुभाए। बाणी वजै शब्द वजाए गुरमुख भगत थाए पावणिया। बहुताल पूरे वाजे वजाए ना को सुने ना मन वसाए। माया कारण पिड़ बंद नाचै दूजै भाए दुख पावणिया। जिस अंतर प्रीत लगै सो मुक्ता इंद्री वस सच संजम जुगता। गुर कै शब्द सदा हर तिहाए एहा भगत हर भावणिया। गुरमुख भगत जुग चारे होई होरत भगत न पाए कोई। नानक नाम गुर भगति पाईऐ गुर चरणी चित लावणिया। गुरमुख भगत जुग चारे होई होरत भगत न पाए कोई। नानक नाम गुर भगति पाईऐ गुर चरणी चित लावणिया।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਸੰਧਿਆ ਸਮੇਂ ਅਸੀਂ ਸਤਸੰਗੀ ਬਣੇ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਅਸ਼ਟਪਦੀਆਂ ਦੀ ਇਹ ਪਾਵਨ ਬਾਣੀ ਹੈ। ਸ਼ਬਦ ਆਪ ਜੀ ਨੇ ਬੀਤੇ ਕੱਲ ਤੋਂ ਪਿਛਲੇ ਰੋਜ਼ ਗੁਰਮੁਖ ਪਿਆਰੇ ਸੱਜਣਾ ਤੋਂ ਉਹਨਾਂ ਨੇ ਪ੍ਰਾਰੰਭ ਕੀਤਾ ਸੀਗਾ। ਰਹਾਉ ਦਾ ਪਦਾ ਤੇ ਸ਼ੁਰੂਆਤੀ ਬੰਦ ਵਿਚਾਰ ਹੈ। ਸਿੱਖ ਸਰਸਰੀ ਨਜ਼ਰ ਉਹਨਾਂ ਪਦਿਆਂ ਤੇ ਉਪਰੰਤ 2 ਨੰਬਰ ਬੰਦ ਤੋਂ ਵਿਚਾਰ ਅੱਗੇ ਲੈ ਕੇ ਜਾਵਾਂਗੇ। ਜੋ ਬਚਨ ਆ, ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਰਹਾਉ ਇਹ ਮੁੱਖ ਸੰਦੇਸ਼ ਆ। ਹਉ ਵਾਰੀ ਜਿਉ ਵਾਰੀ ਇਹ ਸਾਰੇ ਸ਼ਬਦਾਂ 'ਚ ਸੇਮ ਪੈਟਰਨ, ਸੇਮ ਇਹ ਲਫ਼ਜ਼ਾਂ ਦਾ ਜੋੜ ਆ ਰਿਹਾ ਹੈਗਾ, ਜਿਹਦਾ ਮਾਇਨਾ ਅਸੀਂ ਡਿਸਕਸ ਕੀਤਾ ਸੀਗਾ ਬੜੇ ਡਿਟੇਲਡ ਵੇ ਦੇ ਨਾਲ ਕਿ ਜਦੋਂ ਤੁਸੀਂ ਕਿਸੇ ਨੂੰ ਬਹੁਤ ਇੱਜ਼ਤ ਦਿੰਦੇ ਹੋ, ਪਿਆਰ ਕਰਦੇ ਹੋ, ਤਾਂ ਉਹਨੂੰ ਇਹ ਬਾਤ ਕਹੀ ਜਾਂਦੀ ਹੈ ਵੀ ਮੈਂ ਆਪਣੀ ਜਾਨ ਤੇਰੇ ਤੋਂ ਵਾਰਦਾ ਹਾਂ। ਇਹਦਾ ਮੀਨਿੰਗ ਇਹ ਹੈ, ਹਉ ਵਾਰੀ ਜਿਉ ਵਾਰੀ, ਮੈਂ ਵਾਰਨੇ ਜਾਣਾ, ਮੈਂ ਕੁਰਬਾਨ ਜਾਣਾ। ਕਿੰਨਾ ਤੋਂ? ਜਿਨ੍ਹਾਂ 'ਚ ਆਹ ਗੁਣ ਨੇ। ਗੁਰੂ ਅਮਰਦਾਸ ਇਹ ਕਹਿ ਰਹੇ ਨੇ ਗੁਣ ਕਿਹੜੇ ਨੇ? ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ। ਗੋਬਿੰਦ 2 ਸਮਾਸਾਂ ਦੇ ਸੁਮੇਲ ਨਾਲ ਬਣਿਆ ਇੱਕ ਲਫ਼ਜ਼ ਹੈ, ਗੋ ਪਲਸ ਬਿੰਦ। ਗੋ ਕਹਿੰਦੇ ਨੇ ਧਰਤੀ ਨੂੰ, ਜਿਹੜੀ ਆ ਕਾਇਨਾਤ ਆ, ਤੇ ਬਿੰਦ ਕਹਿੰਦੇ ਬਿੰਦਨ ਵਾਲੇ ਨੂੰ, ਸੁਰਜੀਤ ਕਰਨ ਵਾਲੇ, ਜਿਹਨੇ ਕ੍ਰੀਏਟ ਕੀਤੀ ਹੈ। ਸੋ ਮੌਲਿਕ ਰੂਪ ਦੇ ਵਿੱਚ ਜਿਹੜਾ ਸਾਰੇ ਕਾਸੇ ਦਾ ਕ੍ਰੀਏਟਰ ਆ, ਉਹਦੀ ਗੱਲ ਹੋ ਰਹੀ ਹੈ। ਇਹ ਅਕਸਰ ਸ਼ਬਦ ਗੁਰੂ ਮਹਾਰਾਜ ਬਿਆਨ ਕਰਦੇ, ਕਿਉਂਕਿ ਗੁਰਮਤਿ ਆਸ਼ੇ ਦੇ ਵਿੱਚ ਤੁਸੀਂ ਬੜੇ ਧਿਆਨ ਨਾਲ ਦੇਖੋਗੇ, ਗੁਰਬਾਣੀ ਨੂੰ ਪੜ੍ਹਦੇ ਹਾਂ, ਸ਼ਬਦ ਗੁਰੂ ਹੈ। ਤੇ ਸ਼ਬਦ ਨੂੰ ਤੁਸੀਂ ਜਿੰਨੀ ਅਟੈਂਸ਼ਨ ਪੇ ਕਰੋਗੇ, ਜਿੰਨਾ ਪ੍ਰੋਸੈਸ ਕਰੋਗੇ, ਸ਼ਬਦ ਤੁਹਾਡੀ ਸੁਰਤ ਨੂੰ, ਤੁਹਾਡੀ ਜਿਹੜੀ ਕੌਨਸ਼ੀਅਸ ਆ, ਉਹਨੂੰ ਇਨਲਾਈਟਡ ਕਰੇਗਾ। ਤੇ ਜਿਵੇਂ ਰੱਬ ਆ, ਗੋਡ ਆ, ਕੋਈ ਵੀ ਤਸੱਵੁਰ ਇਸ ਕਿਸਮ ਦਾ ਹੈ, ਬੰਦਾ ਕਹਿੰਦਾ ਕਿ ਉਹ ਰੱਬ ਕੀ ਹੈ, ਉਹਦੇ ਨਾਵਾਂ ਦੇ ਵਿੱਚੋਂ ਹੀ ਉਹਦੀ ਪਹਿਚਾਣ ਆ। ਜੇ ਗੁਰਬਾਣੀ ਇਹ ਕਹਿ ਰਹੀ ਹੈ ਕਿ ਉਹਦੀ ਕੋਈ ਖਾਸ ਸ਼ਕਲ ਨਹੀਂ, ਕੋਈ ਖਾਸ ਸੂਰਤ ਨਹੀਂ, ਕੋਈ ਖਾਸ ਮੂਰਤੀ ਨਹੀਂ, ਕੋਈ ਖਾਸ ਜਗ੍ਹਾ ਨਹੀਂ ਜਿੱਥੇ ਰਹਿ ਰਿਹਾ ਆ, ਉਹਦੇ ਨਾਵਾਂ ਵਿੱਚੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ। ਗੋਬਿੰਦ ਜਿਹੜਾ ਜ਼ਰਰੇ ਜ਼ਰਰੇ ਨੂੰ ਜੀਵਨ ਦੇ ਰਿਹਾ ਆ, ਉਹ ਗੋਬਿੰਦ ਆ। ਗੋ ਧਰਤੀ, ਬਿੰਦ ਬਿੰਦਨ ਵਾਲਾ, ਕ੍ਰੀਏਸ਼ਨ ਨੂੰ ਕ੍ਰੀਏਟ ਕਰਨ ਵਾਲਾ, ਸੁਰਜੀਤ ਕਰਨ ਵਾਲਾ। ਮੈਂ ਉਹਦੇ ਤੋਂ ਵਾਰਨੇ ਜਾਣਾ ਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਇਹੋ ਜਿਹੇ ਗੋਬਿੰਦ ਦੇ ਗੁਣ ਗਾਵਣ ਆ, ਉਹਦੇ ਗੁਣਗਾਨ ਗਾਉਂਦਾ ਹੈ, ਉਹਦਾ ਗੁਣਗਾਨ ਕਰਦਾ ਆ, ਗੁਣ ਗਾਉਂਦਾ ਹੈ। ਹੁਣ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਕਈ ਲੈਵਲ 'ਤੇ ਪੜ੍ਹੀਏ। ਜਿਵੇਂ ਬੜੀ ਸ਼ੁਰੂਆਤੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਮੈਨੂੰ ਗੁਣਾਂ ਦੀ ਦਾਤ ਦਈ। ਸ਼ਬਦ ਤੁਸੀਂ ਨਿਤਨੇਮ ਵਿੱਚ ਪੜ੍ਹਦੇ ਹੋ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣਾਂ ਦਾ ਮਾਲਕ ਤੂੰ ਹੈ, ਆਪਣੇ ਕੋਲ ਤੇ ਕੋਈ ਗੁਣ ਹੈ ਨਹੀਂ, ਕੋਈ ਖੂਬੀ ਹੈ ਨਹੀਂ। ਵੈਸੇ ਇਹ ਵੀ ਕੁਦਰਤ ਦੀ ਕਮਾਲ ਦੀ ਖੇਡ ਹੈ, ਕਮਾਲ ਦਾ ਹੁਕਮ ਹੈ ਕੁਦਰਤ ਦਾ, ਕਿ ਤੁਸੀਂ ਤੁਰੇ ਜਾਂਦੇ ਹੋ ਤੇ ਤੁਰੇ ਜਾਂਦਿਆਂ ਤੁਹਾਨੂੰ ਸਪੋਜ਼ ਕਰੋ ਕਿਸੇ ਦਾ ਡਿੱਗਿਆ ਹੋਇਆ ਸੋਨਾ, ਚਾਂਦੀ, ਪੈਸਾ, ਕੋਈ ਚੀਜ਼ ਮਿਲ ਜਾਏ ਤੇ ਬੰਦਾ ਚੱਕ ਕੇ ਆਪਣੀ ਜੇਬ ਵਿੱਚ ਪਾ ਲਵੇ। ਜਿੰਨੀ ਦੇਰ ਉਹ ਨਹੀਂ ਸੀ ਮਿਲਿਆ, ਨਹੀਂ ਸੀ ਲੱਭਿਆ, ਨਹੀਂ ਸੀ ਵੇਖਿਆ, ਇਟਸ ਓਕੇ। ਜਦੋਂ ਲੱਭ ਗਿਆ, ਪਾ ਲਿਆ ਜੇਬ ਦੇ ਵਿੱਚ, ਤੇ ਫਿਰ ਭਾਵੇਂ ਉਹ 2 ਘੰਟੇ ਬਾਅਦ ਲੋਸਟ ਵੀ ਹੋ ਜਾਏ ਤੇ ਬੰਦੇ ਨੂੰ ਇਹ ਲੱਗਦਾ ਕਿ ਉਹ ਮੇਰਾ ਨੁਕਸਾਨ ਹੋ ਗਿਆ। ਕਿਉਂ? ਕਿਉਂਕਿ ਮੈਂ ਉਹ ਗਵਾਲੀ ਚੀਜ਼ ਭਈ ਤੇਰੀ ਹੈ ਕਦੋਂ ਸੀ? ਉਹ ਤੇ ਰਾਹ ਚੱਲਦਿਆਂ ਲੱਭੀ ਸੀ, ਤੂੰ ਜੇਬ ਵਿੱਚ ਪਾ ਲਈ, ਅੱਧਾ ਘੰਟਾ, 15 ਮਿੰਟ, 20 ਮਿੰਟ, ਉਸ ਤੋਂ ਬਾਅਦ ਗੁੰਮ ਹੋ ਗਈ, ਜਾਂ ਕੋਈ ਕਿਸੇ ਨੇ ਤੇਰੇ ਤੋਂ ਵਾਪਸ ਲੈ ਲਈ, ਮੰਗ ਲਈ, ਵੀ ਤੂੰ ਕਿਸ ਰੂਪ ਵਿੱਚ ਉਹਦਾ ਮਾਲਕ ਬਣ ਗਿਆ। ਗੁਣ ਮਤਲਬ ਕਿਸੇ ਤਰੀਕੇ ਨਾਲ ਵੀ ਥੋੜਾ ਬਹੁਤਾ ਬੰਦੇ ਦੇ ਜੀਵਨ ਵਿੱਚੋਂ ਰਿਫਲੈਕਟ ਹੋ ਜਾਏ। ਬੰਦਾ ਸੋਚਦਾ ਹੈ ਮੇਰਾ ਆ, ਐਕਚੁਅਲੀ ਮੇਰਾ ਨਹੀਂਗਾ, ਤੇਰੇ ਚੋਂ ਰਿਫਲੈਕਟ ਹੋ ਰਿਹਾ। ਦੇਣ ਵਾਲਾ ਤੇ ਕਰਤਾਰ ਹੈ। ਗੁਣੀ ਨਿਧਾਨ ਤੇ ਉਹ ਆ, ਆਪਣੇ ਆਪ ਨੂੰ ਅਹਿਸਾਸ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਫਿਰ ਕਿਆ ਦਾਤਾ, ਮੈਨੂੰ ਗੁਣਾਂ ਤੋਂ ਦੂਰ ਨਾ ਕਰੀ, ਬਲਕਿ ਗੁਣਾਂ ਨਾਲ ਜੋੜ ਕੇ ਰੱਖੀ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ।
ਇੱਥੇ ਭਗਤੀ ਗੁਣਾਂ ਦੀ ਹੈ। ਜਿਵੇਂ ਬਿਲਕੁਲ ਅਖੀਰ ਤੇ ਆ ਜਾਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਹਾਂ, ਜਿੱਥੋਂ ਸ਼ੁਰੂਆਤ ਹੀ ਹੁੰਦੀ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਉਹ ਬੰਦੇ ਆ ਕੰਮ ਤੇ ਕੀਤਾ ਹੀ ਨਹੀਂ, ਜੀਵਨ ਅਜਾਈ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ, ਗੋਬਿੰਦ ਦੇ ਗੁਣਾਂ ਨੂੰ ਗਾਇਆ ਹੀ ਨਹੀਂ। ਹੁਣ ਗੋਬਿੰਦ ਦੇ ਗੁਣਾਂ ਨੂੰ ਗਾਇਨ ਕਰਨ ਦਾ ਮਾਇਨਾ ਅੱਜ ਦੀ ਦੁਨੀਆ ਦੇ ਵਿੱਚ ਬੜਾ ਸਿੰਪਲ ਤਰੀਕੇ ਨਾਲ ਚੀਜ਼ਾਂ ਨੂੰ ਸਮਝਾਇਆ ਜਾ ਰਿਹਾ ਹੈ। ਜੇ ਸਾਰੇ ਦੁਨੀਆ ਭਰ ਦੇ ਹਿਊਮਨ ਬਿਹੇਵੀਅਰ ਨੂੰ ਠੀਕ ਕਰਨ ਵਾਲੇ ਲਿਟਰੇਚਰ ਨੂੰ ਪੜ੍ਹੋਗੇ, ਨਿਚੋੜੋਗੇ, ਬਿਲਕੁਲ ਸਾਰ ਤੱਤ ਕੱਢੋਗੇ ਉਹਦਾ, ਤੇ ਉਹ ਸਾਰ ਤੱਤ ਇਹੀ ਆਏਗਾ, ਬੰਦੇ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਜੇ ਬੰਦੇ ਦੇ ਵਿੱਚ ਹੰਬਲਨੈਸ ਆ ਜਾਏ, ਹਲੀਮੀ ਆ ਜਾਏ, ਨਿਮਰਤਾ ਆ ਜਾਏ, ਡਾਊਨ ਟੂ ਅਰਥ ਹੋ ਜਾਏ। ਬੰਦਾ ਹੋਣ, ਉਹਦੇ ਚ ਕੁਆਲਿਟੀਜ਼ ਹੋਣ, ਵਰਚੂਜ਼ ਹੋਣ, ਖੂਬੀਆਂ ਹੋਣ, ਬਟ ਐਟ ਦ ਸੇਮ ਟਾਈਮ ਸਭ ਤੋਂ ਵੱਡੀ ਖੂਬੀ ਇਹ ਹੋਏ ਕਿ ਐਰੋਗੈਂਟ ਨਾ ਹੋਏ। ਸਭ ਤੋਂ ਵੱਡੀ ਖੂਬੀ ਇਹ ਹੋਏ ਈਗੋਟਿਸਟ ਨਾ ਹੋਏ। ਸਭ ਤੋਂ ਵੱਡੀ ਖੂਬੀ ਇਹ ਹੋਏ ਡਾਊਨ ਟੂ ਅਰਥ ਹੋਏ। ਹੁਣ ਤੇ ਐਗਜ਼ੈਕਟਲੀ ਇਹ ਚੀਜ਼ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੀ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਪੜ੍ਹਦੇ ਹੈਗੇ ਆ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪੂਰੇ ਦੁਨੀਆ ਦੇ ਗੁਣ ਚੰਗਿਆਈਆਂ ਇਕੱਠੀਆਂ ਕਰਕੇ ਉਹਨਾਂ ਦੀ ਡਿਸਟਿਲਰੀ ਕਰ ਲਓ, ਉਹਨਾਂ ਨੂੰ ਅਰਕ ਕੱਢ ਲਓ ਉਹਨਾਂ ਦਾ। ਜੇ ਅਰਕ ਕੱਢੋਗੇ ਤੇ ਇਹੋ ਹੀ ਸਾਰ ਤਾਤ ਨਿਕਲੇਗਾ, ਮਿੱਠਤ ਨੀਵੀਂ, ਮਿਠਾਸ ਤੇ ਹਲੀਮੀ। ਇਹ ਮੁੱਖ ਰੂਪ ਵਿੱਚ ਬਾਤ ਹੈ। ਬੰਦੇ ਕੋਲ ਗੁਣ ਹੋਣ, ਖੂਬੀਆਂ ਹੋਣ, ਜੀਵਨ ਦੀ ਹਰ ਉਸ ਲੈਵਲ ਤੇ ਬਾਤ ਹੋਏ, ਪਰ ਇੱਕ ਚੀਜ਼ ਜ਼ਰੂਰ ਹੋਏ, ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਮੈਂ ਕੁਛ ਨਹੀਂ ਗਾ। ਅਸੀਂ ਗੁਰਬਾਣੀ 'ਚ ਬਚਨ ਪੜ੍ਹਦੇ ਹਾਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਾਲਕ ਮੈਂ ਕੌਣ ਹੁੰਨਾ ਆ? ਕਰਨ ਕਰਾਉਣ ਵਾਲਾ ਤੂੰ ਹੈ, ਦੇਣ ਵਾਲਾ ਤੂੰ ਹੈ, ਦਹਿੰਦ ਤੂੰ ਹੈ। ਮੈਂ ਤੇ ਇੱਕ ਸਿਰਫ ਰਿਫਲੈਕਟ ਕਰ ਰਿਹਾ ਮਿੱਟੀ ਦਾ ਪੁਤਲਾ। ਵੈਸੇ ਗੁਰੂ ਸਾਹਿਬ ਨੇ ਇਹ ਵੀ ਅਹਿਸਾਸ ਕਰਵਾਇਆ, ਬੰਦਾ ਆਪਣੀ ਹੋਣੀ ਭੁੱਲ ਜਾਂਦਾ। ਮਾਟੀ ਕੋ ਪੁਤਰਾ ਕੈਸੇ ਨਚਤ ਹੈ। ਇਹ ਮਿੱਟੀ ਦਾ ਪੁਤਲਾ ਭੁੱਲ ਹੀ ਜਾਂਦਾ। ਮੈਂ ਮਤਲਬ ਨੂੰ ਲੱਗਦਾ ਕਿ ਮਿੱਟੀ ਹੈ ਤੇ ਮਿੱਟੀ ਨਾ ਇਵੋਲਵ ਹੋਈ ਸਾਰੇ ਦੀ ਸਾਰੀ। ਜਬ ਕਿਛ ਪਾਵੇ ਗਰਭ ਕਰਤਾ ਹੈ, ਮਿਲ ਜਾਏ ਹੰਕਾਰ ਦੀ ਟੀਸੀ ਜਾ ਬਹਿੰਦਾ ਵੀ ਓਹੋ ਵੀ ਮੈਂ ਤੇ ਮੈਂ ਹੀ ਹਾਂ, ਮੇਰਾ ਕੀ ਮੁਕਾਬਲਾ ਹੈਗਾ। ਇਹੀ ਚੀਜ਼ ਦੁੱਖ ਦਿੰਦੀ, ਇਹੀ ਤਕਲੀਫ ਦਿੰਦੀ। ਦੁਨੀਆ ਪੱਧਰ ਦੇ ਜਿਹੜੇ ਮਨੁੱਖ ਨਾਂ ਦੇ ਇਸ ਜੀਵ ਦੀ ਮੁਸ਼ਕਲ ਹੈ, ਇਹੀ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਹੋਰ ਬੜੇ ਸਫਿਸਟੀਕੇਟਡ ਵੇ ਨਾਲ ਵੀ ਬਿਆਨ ਕੀਤਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਦ੍ਰਿਸ਼ਟ ਰੋਗ ਪਚਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਕਾਮ ਰੋਗ ਮੈਗਲ ਬਸਲੀਨਾ, ਹਉਮੈ ਰੋਗ ਮਾਨੁਖ ਕੋ ਦੀਨਾ। ਐਸੀ ਹਉਮੈ ਦੇ ਰੋਗ ਦੀ ਬੰਦੇ ਨੂੰ ਬਿਮਾਰੀ ਲੱਗੀ ਹੈ ਕਿ ਬੰਦਾ ਬਿਨਾਂ ਵਜ੍ਹਾ ਹੀ ਆਪਣੇ ਆਪ ਨੂੰ ਬਲਾ ਸਮਝ ਕੇ ਤੁਰਿਆ ਫਿਰਦਾ ਹੈਗਾ। ਇਹ ਮਨੁੱਖ ਦੀ ਝੋਲੀ 'ਚ ਆ ਗਿਆ ਹੈਗਾ। ਇਹ ਸਾਰੇ ਤੋਂ ਇੱਕੋ ਹੀ ਬਚਾਇਆ, ਗੋਬਿੰਦ ਗੁਣ ਗਾਵਨਿਆ, ਉਹਦਾ ਗੁਣਗਾਨ ਕਰ। ਕੋਈ ਆ ਕੇ ਵਡਿਆਏ, ਸਲਾਹੇ, ਤਾਰੀਫ ਜੋ ਵੀ ਹੈ, ਦਾਤਾ ਤੇਰੀ ਹੈ। ਮੈਂ ਕੀ ਹਾਂ? ਮੇਰੇ ਵਰਗੇ ਤੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਧਰਤੀ ਤੇ। ਮਿੱਟੀ ਹੈ ਤੇਰੀ, ਮਿੱਟੀ ਨੂੰ ਤੂੰ ਵਡਿਆਈ ਦੇ ਦਿੱਤੀ ਹੈ। ਇਹ ਹੈ ਉਹਦਾ ਗੁਣਗਾਨ ਕਰਨਾ। ਤੇ ਇਸ ਤਰ੍ਹਾਂ ਹੁੰਦਾ ਆ ਕਿ ਦੇਖੋ ਲਿਟਰਲੀ ਤੌਰ ਤੇ ਕੁਛ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਡੈਮੋਸਟ੍ਰੇਸ਼ਨ ਕਰਨੀ ਪੈਂਦੀ ਹੈ। ਜਿਵੇਂ ਬੱਚਿਆਂ ਨਾਲ ਅਸੀਂ ਗੱਲਾਂ ਕਰਦੇ ਹਾਂ ਤੇ ਬੱਚੇ ਕਈ ਵਾਰੀ ਬੱਚੇ ਨੂੰ ਸਮਝਾਓ ਤੇ ਬੱਚਾ ਰਿਅਲਾਈਜ਼ ਕਰਦਾ, ਯਾ ਯੂ ਆਰ ਰਾਈਟ ਮੋਮ, ਯਾ ਆਈ ਸ਼ੁੱਡ ਐਕਚੁਅਲੀ ਫੋਲੋ ਯੂਰ ਇੰਸਟਰਕਸ਼ਨਸ, ਆਈ ਸ਼ੁੱਡ ਫੋਲੋ ਦਿਸ ਪਾਥ। ਬਟ ਇਹ ਸਭ ਕੁਝ ਕਹਿਣ ਦੇ ਬਾਵਜੂਦ ਵੀ ਉਹਨੇ ਉਹਨਾਂ ਦੇ ਸਾਹਮਣੇ ਉਸ ਚੀਜ਼ ਨੂੰ ਦੁਹਰਾ ਕੇ ਉਹਨੂੰ ਡੈਮੋਸਟ੍ਰੇਸ਼ਨ ਵਿੱਚ ਨਹੀਂ ਲੈ ਕੇ ਆਉਣਾ। ਜਿੰਨੀ ਦੇਰ ਤੱਕ ਉਹ ਨਹੀਂ ਲੈ ਕੇ ਆਵੇਗਾ, ਉਹਦਾ ਕੋਈ ਅਸਰ ਨਹੀਂ ਹੋਏਗਾ। ਜਿਹੜਾ ਗੋਬਿੰਦ ਗੁਣ ਗਾਵਨ ਕਰਨਾ ਆ, ਇਹਨੂੰ ਲਿਟਰਲੀ ਤੌਰ ਤੇ ਸ਼ੁਰੂਆਤ ਕੀਤੀ ਜਾਏ। ਜਿਵੇਂ ਮਾਫੀ ਮੰਗਾਂਗਾ, ਅੱਜ ਜਿਵੇਂ ਜਿਸ ਦੌਰ 'ਚ ਅੱਜ ਅਸੀਂ ਪਹੁੰਚੇ ਹਾਂ, ਇਹਦੇ 'ਚ ਇਹ ਹੈਗਾ ਕਿ ਤੁਹਾਨੂੰ ਆਲੇ ਦੁਆਲੇ ਇਹੋ ਜਿਹੀ ਚਰਚਾ ਆਮ ਮਿਲ ਜਾਏਗੀ। ਲੋਕ ਨਿਤਨੇਮ ਛੱਡ ਰਹੇ ਨੇ, ਬਾਣੀ ਪੜ੍ਹਨੀ ਛੱਡ ਰਹੇ ਨੇ। ਲਿਟਰਲੀ ਕਈ ਵਾਰ ਓਪਨਲੀ ਕਿਹਾ ਵੀ ਜਾਂਦਾ, ਕੀ ਫਾਇਦਾ, ਐਵੇਂ ਟਾਈਮ ਵੇਸਟਿੰਗ ਆ, ਇਹ ਜਗ੍ਹਾ ਚੰਗੀ ਕਿਤਾਬ ਪੜ੍ਹ ਲਓ ਕੋਈ। ਯੂ ਮਾਈਟ ਹੈਵ ਹਰਡ ਦੋਜ਼ ਕਾਈਂਡ ਆਫ ਥਿੰਗਸ। ਜਾਂ ਕਈ ਵਾਰ ਇਹ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਲਓ ਜੀ ਅਸੀਂ ਬੜੇ ਪੜ੍ਹਨ ਵਾਲੇ ਵੇਖੇ ਨੇ, ਉਹ ਕੁਛ ਨਹੀਂ ਐਵੇਂ ਹੈ, ਤੇ ਸਭ ਨੇ ਕਹਿਣ ਕਹਾਣ ਦੀਆਂ ਗੱਲਾਂ ਹੁੰਦੀਆਂ ਨੇ। ਹਾਲਾਂਕਿ ਸਾਨੂੰ ਜੋ ਰਹਿਣੀ ਰਹਿਤ ਦਾ ਇੱਕ ਤਰੀਕੇਕਾਰਤਾ ਦਿੱਤੀ ਗਈ ਸੀ, ਜਿਸ 'ਚ ਬਾਣੀ ਦਾ ਬੜਾ
ਉਹਦਾ ਗਾਇਨ ਕਰਨਾ, ਉਹਦਾ ਪਠਨ ਪਾਠਨ ਕਰਨਾ, ਉਹਦੇ ਨਾਲ ਆਪਣੀ ਐਸੋਸੀਏਸ਼ਨ ਲਿਟਰਲੀ ਤੌਰ 'ਤੇ ਘਰਾਂ ਥਾਵਾਂ ਦੇ ਵਿੱਚ ਇਹਨੂੰ ਪੜ੍ਹਨਾ, ਇੱਕ ਬੋਲਣਾ, ਦੱਸਣਾ, ਇੱਕ ਬਹੁਤ ਜ਼ਰੂਰੀ ਪਾਰਟ ਆ ਲਾਈਫ ਦਾ। ਅੱਜ ਮੈਂ ਤੇ ਉਹਨਾਂ ਲੋਕਾਂ ਨੂੰ ਦੇਖ ਰਿਹਾ ਜਿਨ੍ਹਾਂ ਦੇ ਕਲਚਰ ਦੇ ਵਿੱਚ, ਜਿਨ੍ਹਾਂ ਦੇ ਟ੍ਰੈਡੀਸ਼ਨ ਦੇ ਵਿੱਚ ਰਿਲੀਜੀਅਸ ਐਕਸਰਸਾਈਜ਼ ਐਸੀਆਂ ਨਹੀਂ ਸੀਗੀਆਂ ਹੁੰਦੀਆਂ, ਕੁਛ ਹੋਰ ਸੀਗੀਆਂ, ਉਹ ਲੋਕ ਫੋਲੋ ਕਰਨ ਲੱਗ ਗਏ ਨੇ। ਉਹ ਲੋਕ ਚੈਂਟਿੰਗ ਕਰਦੇ ਨੇ, ਸਿਮਰਨ ਕਰਦੇ ਨੇ, ਮੈਡੀਟੇਸ਼ਨ ਦੇ ਡਿਫਰੈਂਟ ਜਿਹੜੇ ਨੇ ਕੰਪੋਨੈਂਟਸ ਉਹਨਾਂ ਨੂੰ ਅਡਾਪਟ ਕਰ ਰਹੇ ਨੇ। ਜਿਹੜੀ ਮਾਈਂਡਫੁਲਨੈਸ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਜਿਹਨੂੰ ਕਿਹਾ ਜਾਂਦਾ ਹੈ ਕਿ ਥਾਟਸ ਰਿਪਲੇਸਮੈਂਟ ਥਰੂ ਰਿਲੀਜੀਅਸ ਰਿਸਾਈਟਿੰਗਸ। ਹੁਣ ਉਹ ਜਿਹੜੀ ਚੀਜ਼ ਆ ਬਾਣੀ ਆ ਸਿੱਧੇ ਤੌਰ 'ਤੇ, ਮਤਲਬ ਵੈਸੇ ਤਾਂ ਮਨ ਜਿਹੜਾ ਆ ਉਹਦੀ ਜਿਹੜੀ ਵੰਡਰਨੈਸ ਹੈਗੀ ਉਹਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਇੰਨਾ ਕੁ ਜ਼ਰੂਰ ਆ ਕਿ ਜੇ ਲਗਾਤਾਰ ਉਹੋ ਜਿਹੇ ਬੋਲ ਪੜ੍ਹਾਂਗੇ, ਅਲਾਪਾਂਗੇ, ਹੌਲੀ ਹੌਲੀ ਉਹ ਬੋਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਟਿਕ ਜਾਣਗੇ, ਕਿਤੇ ਨਾ ਕਿਤੇ ਆ ਜਾਣਗੇ। ਇਹੀ ਗੋਬਿੰਦ ਗੁਣ ਗਾਵਣਿਆ ਆ। ਆਪਣੇ ਆਪ ਨੂੰ ਇਹ ਸਮਝ ਕੇ ਅਕਾਲ ਪੁਰਖ ਵਾਹਿਗੁਰੂ ਤੂੰ ਦਾਤਾ ਆ, ਤੂੰ ਦੇਣ ਵਾਲਾ ਆ, ਅਤੇ ਮੈਂ ਤੇਰੇ ਵਿੱਚੋਂ ਆਇਆ ਹੋਇਆ ਇੱਕ ਛੋਟਾ ਜਿਹਾ ਜ਼ਰਰਾ ਆ, ਤਰਸ ਕਰ, ਮੈਨੂੰ ਆਪਣੇ ਨਾਲ ਜੋੜ ਕੇ ਰੱਖ। ਬਾਣੀ ਪੜ੍ਹੇ, ਉਪਦੇਸ਼ ਗਾਏ, ਅਰਦਾਸ ਕਰੇ, ਸਿਮਰਨ ਕਰੇ। ਇਹ ਸਾਰੇ ਚੀਜ਼ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਨਿਆ। ਜਿਹੜਾ ਇਹ ਕੰਮ ਕਰਦਾ ਨਾ ਭਾਈ, ਮੈਂ ਵਾਰੀ ਜਾਣਾ ਉਹਦੇ ਤੋਂ। ਅਗਲਾ ਬਚਨ ਲਿਖਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ। ਹੁਣ ਦਿਨ ਰਾਤ ਕਿਸੇ ਚੀਜ਼ ਨੂੰ ਕਹਿਣਾ, ਮਤਲਬ ਕਿਸੇ ਚੀਜ਼ ਤੋਂ ਦੂਰੀ ਬਣਾਉਣੀ ਨਹੀਂ, ਉਹਦੇ ਨਾਲ ਐਸੋਸੀਏਸ਼ਨ ਇਸ ਲੈਵਲ 'ਤੇ ਬਣਾ ਕੇ ਰੱਖਣੀ। ਸਿੱਖੀ ਆਸ਼ੀਸ਼ ਅਸੀਂ ਦੇਖੀਏ, ਦੁੱਖ ਹੋਏ, ਸੁੱਖ ਹੋਏ, ਜੀਵਨ ਦਾ ਜੰਮਣਾ ਆ, ਮਰਨਾ ਆ, ਹਰ ਚੀਜ਼ ਬਾਣੀ ਨਾਲ ਜੋੜ ਦਿੱਤੀ ਗਈ। ਗੋਬਿੰਦ ਦਾ ਗੁਣਗਾਨ ਨਹੀਂ ਕਰਨਾ, ਉਹਦੀ ਹੀ ਸਤੁਤੀ ਕਰਨੀ, ਉਹਦਾ ਹੀ ਰੰਗ ਜਿਹੜਾ ਹੈ ਅਲਾਪਣਾ ਹੈਗਾ। ਮੈਂ ਇਹੋ ਜਿਹਾ ਅਹਿਸਾਸ ਵੀ ਦੇਖਿਆ, ਬੜੇ ਮਤਲਬ ਕਈ ਵਾਰੀ ਹੋਣਾ ਹੈ ਕਿ ਕਿਤੇ ਕੋਈ ਡੈਥ ਹੋ ਗਈ, ਬੜੀ ਟ੍ਰੈਜਿਡਿਕ ਤਸਵੀਰ ਬਣ ਗਈ ਹੈ, ਬੜੀ ਯੰਗ ਡੈਥ ਹੋ ਗਈ ਕਿਸੇ ਦੀ, ਪਰਿਵਾਰ ਬੈਠਾ ਆ, ਉੱਥੇ ਕੀਰਤਨ ਹੋਣਾ ਸ਼ੁਰੂ ਹੋ ਜਾਂਦਾ, ਪਾਠ ਪੜ੍ਹ ਰਹੇ, ਅਲਾਣੀਆਂ ਦਾ ਜਾਪ ਹੋ ਰਿਹਾ, ਸਦ ਬਾਣੀ ਗਾਈ ਜਾ ਰਹੀ ਹੈ, ਜਾਂ ਬਾਣੀ ਵੈਸੇ ਚੱਲ ਰਹੀ ਹੈ, ਇੱਕ ਦੋ ਸ਼ਬਦ ਇਸ ਤਰੀਕੇ ਨਾਲ ਆ ਰਿਹਾ, ਪੰਕਤੀਆਂ ਆ ਰਹੀਆਂ ਨੇ, ਬੰਦਾ ਮੱਲੋ ਮੱਲੀ ਉਹਦਾ ਮਨ ਜਿਹੜਾ ਆ ਇੱਕ ਸਟੇਜ ਤੋਂ ਨੈਕਸਟ ਸਟੇਜ ਵੱਲ ਜਾ ਰਿਹਾ, ਉਹਨੂੰ ਇੱਕ ਵੱਡਾ ਵਿਜ਼ਨ ਮਿਲ ਰਿਹਾ, ਗੁਰਬਾਣੀ ਕੀ ਕਹਿ ਰਹੀ ਹੈ। ਅਸੀਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ, ਤੁਸੀਂ ਕਈ ਵਾਰੀ ਲਿਟਰਲੀ ਤੌਰ 'ਤੇ ਸ਼ਬਦ ਸੁਣੇ ਹੋਣਗੇ ਇਸ ਤਰੀਕੇ ਨਾਲ ਕਿ ਅਸੀਂ ਭਗਤ ਰਵਿਦਾਸ ਜੀ ਦੇ ਕਈ ਵਾਰ ਸ਼ਬਦਾਂ ਨੂੰ ਪੜ੍ਹਦੇ ਹਾਂ, ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ, ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਣਾ, ਦੂਰ ਗਵਨ ਸਿਰੇ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਅਯਾਨਾ। ਬੰਦਾ ਫਿਰ ਮਨ ਵਿੱਚ ਅਹਿਸਾਸ ਆਉਂਦਾ, ਹਾਂ ਭਗਤ ਜੀ ਕੀ ਕਹਿ ਰਹੇ ਨੇ, ਕੀ ਬਾਤ ਕੀ ਹੋ ਰਹੀ ਸਾਰੇ ਦੀ ਸਾਰੀ। ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਬੰਦੇ ਨੂੰ ਮੂਵ ਕਰਨ 'ਚ ਹੈਲਪ ਕਰਦੀਆਂ ਨੇ। ਦਿਨ ਰਾਤ ਗਾਉਣਾ ਭਾਵ ਕੋਈ ਟਾਈਮ, ਕੋਈ ਸਮਾਂ, ਕੋਈ ਸਿਚੁਏਸ਼ਨ ਹੋਏ ਤੂੰ ਇਹੋ ਜਿਹੀ ਗੁਰਬਾਣੀ, ਇਹੋ ਜਿਹੇ ਸੰਦੇਸ਼ ਤੋਂ ਦੂਰ ਨਹੀਂ ਜਾਣਾ। ਦੈਟ ਇਜ਼ ਅਸੈਂਸ਼ੀਅਲ ਪਾਰਟ ਫॉर ਯੂ। ਇੱਥੇ ਬਚਨ ਆਇਆ ਹੈ, ਮਹਾਰਾਜ ਜ਼ਿਕਰ ਕਰਦੇ ਕਿ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਤੇ ਗੋਬਿੰਦ ਦਾ ਸ਼ਬਦ ਗੁਣਗਾਨ ਸੁਣ ਕੇ ਤੇ ਫਿਰ ਸੁਣਾਵਣਿਆ। ਜੇ ਆਪ ਨਹੀਂ ਸੁਣਿਆ ਤੇ ਕਿਸੇ ਨੂੰ ਕੀ ਸੁਣਾਵਾਂਗੇ, ਕਿਸੇ ਅੱਗੇ ਬਾਤ ਕੀ ਪਾਵਾਂਗੇ। ਜਿਵੇਂ ਅੱਜ ਦੇ ਦੌਰ ਦੀ ਫਿਰ ਬਾਤ ਕਰਦਾ ਹਾਂ, ਅੱਜ ਲੋਕੀ ਜਿਸ ਸਪਿਰਿਚੁਅਲ ਲਿਟਰਸੀ ਨੂੰ ਲੱਭ ਰਹੇ ਨੇ, ਜਿਸ ਸਪਿਰਿਚੁਅਲ ਸਾਈਡ ਨੂੰ ਦੁਨੀਆ ਭਰ ਦੇ ਵਿੱਚ ਲੋਕੀ ਅਹਿਸਾਸ ਰਹੇ ਨੇ। ਸਾਡੇ ਇੱਥੇ ਬਲੈਕ ਲਾਈਵਜ਼ ਮੈਟਰ ਐਡੀ ਵੱਡੀ ਮੂਵਮੈਂਟ ਚੱਲ ਰਹੀ ਹੈ। ਪੋਲਰਾਈਜੇਸ਼ਨ ਪੋਲੀਟੀਕਲ ਸਾਈਡਸ ਤੋਂ ਇੱਕ ਵੱਡਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਇੱਕ ਮਤਲਬ ਵੱਡੇ ਲੈਵਲ 'ਤੇ ਉਹਦੀ ਐਕਸਰਸਾਈਜ਼ ਹੋਣੀ ਸ਼ੁਰੂ ਹੋਈ ਹੈ। ਸਟੇਟਸ ਵਿੱਚ ਤੁਸੀਂ ਦੇਖ ਲਓ, ਹੋਰ ਜਗ੍ਹਾ 'ਤੇ। ਅਤੇ ਸਾਰੇ ਦੇ ਵਿੱਚੋਂ ਡੈਫੀਨੇਟਲੀ ਸੋਸ਼ਲ ਸਟਰਕਚਰ ਦੇ ਵਿੱਚ ਹਿਊਮਨ ਲਾਈਫ ਜਿਹੜੀ ਬੜੀ ਡਿਸਟਰਬ ਅਤੇ ਡਿਸਟਰੈਕਟ ਹੋ ਰਹੀ ਹੈ। ਅਤੇ ਇਹਦੇ ਵਿੱਚ ਜੇ ਕੋਈ ਬੰਦਾ ਕਹੇ ਕਿ ਓਕੇ ਜਦੋਂ ਇਹੋ ਜਿਹੀ ਹਾਲਾਤ ਬਣੇਗੀ ਤੇ ਮਨੁੱਖਤਾ ਤੋਂ ਡਿੱਗ ਜਾਏਗਾ, ਵਹਿਸ਼ੀ ਹੋ ਜਾਏਗਾ, ਨੈਵਰ ਨੋ ਸਿਵਲ ਵਾਰ ਵਰਗੀ ਹਾਲਤ ਬਣ ਜੇ, ਲਾਲੈਸ ਸਿਚੁਏਸ਼ਨ ਬਣ ਜੇ, ਜਿਹੜੀ ਅਨਾਰਕੀ ਹੈ ਦੈਟ ਇਜ਼ ਦ ਨੈਕਸਟ ਲੈਵਲ। ਉਹਦੇ 'ਚ ਇਹ ਚੀਜ਼ਾਂ ਦੀ ਆਮਦ ਹੋ ਸਕਦੀ। ਇਸ ਕਿਸਮ ਦੀਆਂ ਲੋਕੀ ਗੱਲਾਂ ਵੀ ਕਰਦੇ ਨੇ। ਪਰ ਜੇ ਕੋਈ ਬਾਤ ਕਰੇ ਕਿ ਇਹ ਸਾਰੇ ਦੇ ਵਿੱਚ ਵੀ ਬੰਦਾ ਆਪਣੇ ਆਪ ਨੂੰ ਬੜਾ ਸਿਵਲਾਈਜ਼ ਰੱਖ ਸਕਦਾ ਹੈ, ਸਿਵਲ ਬਿਹੇਵੀਅਰ ਨੂੰ ਅਡਾਪਟ ਕਰਕੇ ਵੱਡੀ ਤੋਂ ਵੱਡੀ ਮੂਵਮੈਂਟ ਦਾ ਪਾਰਟ ਬਣ ਕੇ ਵੀ ਮਨੁੱਖਵਾਦੀ ਹੋ ਸਕਦਾ ਹੈ। ਨਹੀਂ ਤੇ ਬੰਦੇ ਦੀ ਹਾਲਤ ਕੀ ਹੁੰਦੀ ਹੈ ਕਿ
ਸਪੋਜ਼ ਜੇ ਮੈਨੂੰ ਕੋਈ ਸਟਰਗਲ ਕਰਨੀ ਪੈ ਰਹੀ ਹੈ, ਮੈਨੂੰ ਕੋਈ ਚੈਲੰਜਸ ਮਿਲ ਰਹੇ ਨੇ, ਤੇ ਮੇਰੇ ਵੱਲੋਂ ਦੁਨੀਆ ਸਾਰੀ ਮਰ ਜਾਏ, ਖੂਹ 'ਚ ਪਏ, ਜਦੋਂ ਮੈਂ ਤੇ ਮਰ ਹੀ ਰਿਹਾ ਤੇ ਮੇਰੇ ਵੱਲੋਂ ਸਾਰੇ ਮਰ ਜਾਣ। ਹੁਣ ਜਿਹੜੀ ਇਹ ਹਾਲਤ ਆ, ਇਹ ਬਿਲਕੁਲ ਐਂਟੀ ਸੋਸ਼ਲ ਤੇ ਐਂਟੀ ਹਿਊਮਨ ਬਿਹੇਵੀਅਰ ਨੂੰ ਜਨਰੇਟ ਕਰਦੀ ਹੈ। ਦੁਨੀਆ ਦੇ ਮੋਸਟਲੀ ਰੈਵੋਲੂਸ਼ਨ ਇਸ ਪਾਸੇ ਚਲੇ ਜਾਂਦੇ ਨੇ, ਫਿਰ ਬਲੱਡ ਸ਼ੈਡਿੰਗ ਹੁੰਦੀ ਹੈ, ਫਿਰ ਵੱਡੇ। ਇਸੇ ਕਰਕੇ ਜਿਹੜੀ ਸਟੈਬਲਿਸ਼ਮੈਂਟ ਆ, ਉਹਦੇ 'ਚ ਕਈ ਵਾਰੀ ਹਾਂ ਪੱਖੀ ਵੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਹਾਂ ਭਾਈ ਬਦਲਾਅ ਕੁਦਰਤ ਦਾ ਨਿਯਮ ਹੈ, ਤਬਦੀਲੀ ਆਉਣੀ ਚਾਹੀਦੀ ਹੈ, ਬਦਲਾਅ ਆਉਣਾ ਚਾਹੀਦਾ ਹੈਗਾ। ਜਿਵੇਂ ਬੀਤੇ ਕੱਲ੍ਹ ਹੀ ਮੈਂ ਖਾਸ ਕਰਕੇ ਅਟਾਰਨੀ ਦੀ ਉਹਦੀ ਪਹਿਲਾਂ ਮੈਂ ਉਹਦੀ ਸਟੇਟ ਐਡਰੈਸ ਸੁਣਿਆ, ਫਿਰ ਪ੍ਰੈਜ਼ੀਡੈਂਟ ਦਾ ਸੁਣਿਆ ਅਮਰੀਕਾ ਦੇ ਵਿੱਚ, ਤੇ ਉਹ ਜਿਹੜੀਆਂ ਸਾਰੀਆਂ ਗੱਲਾਂ ਕਰ ਰਿਹਾ ਸੀਗਾ, ਇੱਕ ਡਰ ਦੀ ਪੋਲੀਟਿਕਸ ਦੀ ਗੱਲ ਹੋ ਰਹੀ ਸਾਰੀ। ਤੇ ਉਸ ਲੈਵਲ 'ਤੇ ਜਦੋਂ ਬੰਦਾ ਸੁਣਦਾ ਇਹਨਾਂ ਚੀਜ਼ਾਂ ਨੂੰ, ਤੇ ਬੰਦੇ ਨੂੰ ਕਈ ਵਾਰੀ ਹੁੰਦਾ ਵੀ ਬਣੇਗਾ ਕੀ, ਮਤਲਬ ਵੱਡੇ ਲੈਵਲ 'ਤੇ ਇੱਕ ਜਿਹੜੀ ਵੱਡੀ ਗਿਣਤੀ ਹੈ ਇੱਕ ਰੰਗ ਦੇ ਲੋਕਾਂ ਨੂੰ, ਉਹਨਾਂ ਨੂੰ ਐਡਰੈਸ ਕਰਦਿਆਂ ਇਹੋ ਜਿਹੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ। ਤੇ ਜੇ ਸਪੋਜ਼ ਕਰੋ ਕੱਲ੍ਹ ਨੂੰ ਇਹ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਹੋਰ ਜਗ੍ਹਾ ਦੇ ਉੱਤੇ ਕਿ ਭਾਈ ਇਹ ਸਾਰੇ ਹਾਲਾਤ ਦੇ ਵਿੱਚ ਮਨੁੱਖ ਕਿਵੇਂ ਸਟੇਬਲ ਰਹਿ ਸਕਦਾ ਆ, ਤੇ ਸਾਡੀ ਹਿਸਟਰੀ, ਸਾਡੀ ਹੈਰੀਟੇਜ ਸਭ ਤੋਂ ਵਧੀਆ ਐਗਜ਼ਾਮਪਲ ਆ। ਸਾਡੇ ਬਜ਼ੁਰਗਾਂ ਨੇ ਜਿਵੇਂ ਉਹਨਾਂ ਨੇ ਜੀਵਨ ਯਾਪਨ ਕੀਤਾ, ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇ ਕਹਿੰਦਾ, ਜੋ ਜਿਹੜਾ ਬਚਨ ਇੱਥੇ ਆਇਆ ਨਾ ਕਿ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਤਵਾਰੀਖ 'ਚ ਪਤਾ ਲੱਗਦਾ ਕਿ ਜਿਹੜੇ ਬਸੀ ਪਠਾਣਾਂ ਦਾ ਇਲਾਕਾ ਸੀਗਾ, ਅਨੰਦਪੁਰ ਸਾਹਿਬ ਤੋਂ ਥੱਲੇ ਜਿਹੜਾ ਤਰਾਈ ਦਾ ਇਲਾਕਾ ਪੈਂਦਾ ਸੀ, ਇੱਥੇ ਪਠਾਨ ਤੇ ਮੁਗਲ ਜਿਹੜੇ ਜ਼ਗੀਰਦਾਰ ਸੀਗੇ, ਤੇ ਉਹਨਾਂ ਜ਼ਗੀਰਦਾਰਾਂ ਦੀ ਇਹ ਮੋਸਟਲੀ ਹਾਲਤ ਇਹ ਸੀਗੀ ਕਿ ਉਹ ਬੜੇ ਮਤਲਬ ਬਰੂਡਲ ਤੇ ਬੜੇ ਮਤਲਬ ਜ਼ੁਲਮ ਕਰਨ ਵਾਲੇ ਸੀਗੇ, ਤੇ ਲੋਕਾਂ ਨੂੰ ਬੜਾ ਤੰਗ ਕਰਦੇ ਸੀ ਇੱਥੇ। ਤੇ ਜਦੋਂ ਗੁਰੂ ਸਾਹਿਬ ਨੇ ਆ ਕੇ ਮਾਖੋਵਾਲ ਦੀ ਧਰਤੀ ਤੇ ਇੱਕ ਨਗਰ ਵਸਾ ਦਿੱਤਾ, ਪਹਿਲਾਂ ਕਿਰਤਪੁਰ ਤੇ ਸੀਗੇ, ਪਰ ਉੱਤੇ ਮਾਖੋਵਾਲ ਹੋਰ, ਤੇ ਜੰਗੀ ਮੁਸ਼ਕਾਂ ਚੱਲਣ ਲੱਗ ਗਈਆਂ, ਤੇ ਲੋਕਾਂ ਦੀ ਆਮ ਜ਼ਿੰਦਗੀ ਸੁਧਰ ਗਈ, ਉਹਨਾਂ 'ਚ ਖੌਫ ਘਟਿਆ, ਕੁਝ ਡਰ ਘਟਿਆ। ਤੇ ਇਹ ਜਿਹੜੇ ਇਹ ਸੀਗੇ ਖਾਸ ਤੌਰ 'ਤੇ ਰੰਗੜ ਤੇ ਪਠਾਨ ਤੇ ਇਹ ਸਾਰੇ, ਇਹਨਾਂ ਨੂੰ ਲੱਗਾ ਕਿ ਇਹ ਬੜਾ ਮਤਲਬ ਗੁਰੂ ਸਾਹਿਬ ਦਾ ਜਿਹੜਾ ਹੈਗਾ ਪ੍ਰਭਾਵ ਲੋਕ ਕਬੂਲ ਗਏ ਨੇ। ਉਹਨਾਂ ਨੇ ਅਕਸਰ ਤਾਕ 'ਚ ਰਹਿਣਾ ਵੀ ਕੋਈ ਨਾ ਕੋਈ ਸਿੱਖਾਂ ਦਾ ਨੁਕਸਾਨ ਕੀਤਾ ਜਾਏ, ਸਿੱਖਾਂ ਨੂੰ ਕੁਝ ਨਾ ਕੁਝ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਏ, ਤੇ ਉਹ ਕਿਤੇ ਨਾ ਕਿਤੇ ਝੜਪਾਂ ਹੁੰਦੀਆਂ ਰਹਿਣੀਆਂ ਵਿੱਚ ਵਿੱਚ। ਇੱਕ ਵਾਰ ਕੀ ਹੋਇਆ ਕਿ ਉਹਨਾਂ ਦਾ ਇੱਕ ਦਸਤਾ, ਜਿਹੜੀਆਂ ਉਹਨਾਂ ਦੀਆਂ ਬੇਗਮਾਂ ਵਗੈਰਾ ਸੀਗੀਆਂ, ਘਰ ਦੀਆਂ ਇਸਤਰੀਆਂ, ਉਹਨਾਂ ਨੂੰ ਲੈ ਕੇ ਕਹਾਰਾਂ ਦੇ ਨਾਲ ਉਹ ਜਾ ਰਿਹਾ। ਉਧਰੋਂ ਕਿਤੇ ਛੋਟਾ ਜਿਹਾ ਦਸਤਾ ਸਿੱਖਾਂ ਦਾ ਆ ਰਿਹਾ, ਕੁਝ ਇੱਕ ਗਿਣਤੀ ਦੇ ਸਿੱਖ ਨੇ ਜਿਹੜੇ ਕੁਝ ਰਸਦ ਵਗੈਰਾ ਚੱਕੀ ਤੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ। ਦੋਵੇਂ ਇੱਕੋ ਰਸਤੇ ਤੇ ਆਮੋ ਸਾਹਮਣੇ ਹੋ ਗਏ, ਤੇ ਉਹ ਮੁਗਲ ਜਿਹੜਾ ਰਸਾਲਾ ਸੀਗਾ, ਉਹਨਾਂ ਨੇ ਦੇਖਿਆ ਪਠਾਣਾ ਨੇ ਵੀ ਗਿਣਤੀ 'ਚ ਬੜੇ ਥੋੜ੍ਹੇ ਜਿਹੇ ਨੇ, ਤੇ ਆਪਾਂ ਇੱਕ ਕੰਮ ਕਰੀਏ, ਇਹਨਾਂ ਨੂੰ ਨਾਲੇ ਤੇ ਮਾਰੀਏ, ਕੁੱਟਦੇ ਮਾਰਦੇ ਆ, ਤੇ ਨਾਲੇ ਕੀ ਕਰਦੇ ਆ, ਘੋੜੇ ਖੋਲ੍ਹਨੇ ਆ, ਰਸਦ ਖੋਲ੍ਹ ਲੈਂਦੇ ਆ। ਦੈਟਸ ਗੁੱਡ। ਪਠਾਨ ਨੂੰ ਜਾ ਕੇ, ਨਵਾਬ ਨੂੰ ਜਾ ਕੇ ਦਿਆਂਗੇ ਤਾਂ ਖੁਸ਼ ਹੋਏਗਾ ਵੀ ਕਮਾਲ ਆ, ਵਾਹ ਵਧੀਆ ਕੰਮ ਕੀਤਾ। ਸੋ ਇਸ ਸੋਚ ਦੇ ਨਾਲ ਉਹਨਾਂ ਅਟੈਕ ਕਰਤਾ। ਜਦੋਂ ਅਟੈਕ ਕਰ ਦਿੱਤਾ ਤੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਤੇ ਇੱਕੋ ਹੀ ਚੀਜ਼ 'ਤੇ ਜ਼ੋਰ ਦਿੱਤਾ ਗਿਆ ਸੀਗਾ, ਸਭ ਤੋਂ ਪਹਿਲੇ ਲੈਵਲ 'ਤੇ ਟ੍ਰੇਨਿੰਗ ਤੇ ਉਹਨਾਂ ਦਾ ਸਮਰਪਣ ਗੁਰੂ ਦੇ ਪ੍ਰਤੀ। ਉਹਨਾਂ ਨੇ ਐਸੇ ਹੱਥ ਵਿਖਾਏ ਪਠਾਣਾਂ ਨੂੰ, ਰਾਹ ਨਾ ਲੱਭੇ ਭੱਜਦਿਆਂ ਨੂੰ। ਉਹ ਵਿੱਚ ਹੀ ਘੋੜੇ ਸੱਟ ਕੇ ਕਹਾਰ ਵੀ ਭੱਜ ਗਏ। ਉਹ ਅਲਟੀਮੇਟਲੀ ਉਹ ਬੇਗਮਾਂ ਨੂੰ ਉੱਥੇ ਛੱਡ ਗਏ, ਉਹ ਇਸਤਰੀਆਂ ਵੀ ਉੱਥੇ ਰਹਿ ਗਈਆਂ। ਉਹ ਹੁਣ ਜਦੋਂ ਇਸਤਰੀਆਂ ਉੱਥੇ ਰਹਿ ਗਈਆਂ ਤੇ ਜੰਗਲ ਵੇਲੇ ਕਿਵੇਂ ਛੱਡ ਕੇ ਜਾਂਦੇ ਹੋ? ਉਹਨਾਂ ਨੇ ਕਿਹਾ ਠੀਕ ਹੈ ਭਾਈ, ਤੁਸੀਂ ਆ ਬਾਹਰ ਨਿਕਲੋ, ਕਹਾਰ ਤੇ ਹੈ ਨਹੀਂ ਹੁਣ ਇੱਥੇ। ਤੇ ਘੋੜਿਆਂ ਤੇ ਉਹਨਾਂ ਨੂੰ ਬਿਠਾਇਆ ਤੇ ਕਿਹਾ ਚਲੋ ਅਨੰਦਪੁਰ ਸਾਹਿਬ, ਕਿਉਂਕਿ ਹੁਣ ਇੱਥੋਂ ਤੇ ਕਿੱਥੇ ਲੈ ਕੇ ਜਾਵਾਂਗੇ, ਜੰਗਲ ਵੇਲੇ ਦਾ ਟਾਈਮ ਹੈਗਾ। ਉੱਥੇ ਲੈ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾ ਕੇ ਜਦੋਂ ਦੇਖਿਆ, ਗੁਰੂ ਸਾਹਿਬ ਬਾਹਰ ਗਏ ਸੀ, ਆਏ ਜਦੋਂ ਆ ਕੇ ਦੇਖਿਆ, ਉਹ ਮੁਗਲੀਆ ਲਿਬਾਸ ਦੇ ਵਿੱਚ ਕੁਝ ਇਸਤਰੀਆਂ ਇੱਕ ਸਾਈਡ ਤੇ ਬੈਠੀਆਂ ਨੇ। ਗੁਰੂ ਸਾਹਿਬ ਨੇ ਉਸੇ ਵਕਤ ਸੇਵਾਦਾਰਾਂ ਨੂੰ, ਜਥੇਦਾਰਾਂ ਨੂੰ ਆਵਾਜ਼ ਲਗਾਈ ਵੀ ਭਾਈ ਇਹ ਬੱਚੀਆਂ ਕੌਣ ਨੇ, ਕਿੱਥੋਂ ਆਈਆਂ ਨੇ, ਇਹਨਾਂ ਨੂੰ ਕੀ ਗੱਲ ਹੈ? ਉਹਨਾਂ ਸਾਰਾ ਮਾਜਰਾ ਦੱਸਿਆ। ਤੇ ਗੁਰੂ ਸਾਹਿਬ ਕਹਿੰਦੇ ਵੀ ਭਾਈ ਤੁਸੀਂ ਇੱਥੇ ਕਿਉਂ ਲੈ ਕੇ ਆਏ ਇਹਨਾਂ ਨੂੰ ਤੇ ਰਾਈਟ ਵੇ ਉਸੇ ਵਕਤ ਤੁਹਾਨੂੰ ਉਹਨਾਂ ਦੇ ਘਰ ਪਹੁੰਚਾਉਣਾ ਚਾਹੀਦਾ ਸੀ। ਤੁਸੀਂ ਜਿਹੜਾ ਅਸੀਂ ਕਹਿਣ ਲੱਗੇ ਵੀ ਗੁਰੂ ਸਾਹਿਬ ਅਸੀਂ ਤੇ ਪਹੁੰਚਾਉਣ ਦੇ ਉਦੋਂ ਵੀ ਤਿਆਰ ਸੀਗੇ, ਪਰ ਅਸੀਂ ਕਿਹਾ ਵੀ ਤੁਹਾਡੇ ਕੋਲ ਇੱਕ ਵਾਰੀ ਹੁਕਮ ਲੈ ਲਈਏ, ਤੇ ਸਾਨੂੰ ਤੇ ਕੁਝ ਪਤਾ ਨਹੀਂ ਸੀਗਾ। ਗੁਰੂ ਸਾਹਿਬ ਨੇ ਉਸੇ ਵਕਤ ਇੰਤਜ਼ਾਮ ਕੀਤਾ ਤੇ ਕਿਹਾ ਇਹਨਾਂ ਨੂੰ ਛੱਡ ਕੇ ਆਓ। ਉੱਥੇ ਫਿਰ ਗੱਲ ਇਹ ਚੱਲੀ, ਸਾਡੇ ਤਵਾਰੀਖੀ ਗ੍ਰੰਥਾਂ 'ਚ ਬਚਨ ਮਿਲਦੇ ਨੇ। ਕੁਝ ਸਿੱਖਾਂ ਨੇ ਸਵਾਲ ਪੁੱਛਿਆ ਵੀ ਗੁਰੂ ਸਾਹਿਬ, ਸੰਸਾਰ ਦਾ ਰੂਲ ਇਹ ਹੈ ਜੈਸੇ ਕੋ ਤੈਸਾ, ਮਤਲਬ
ਅਦਲੇ ਦਾ ਬਦਲਾ ਇਹ ਸੰਸਾਰ ਦਾ, ਟਿਟ ਫੋਰ ਟੈਟ ਜਿਹਨੂੰ ਅਸੀਂ ਕਹਿੰਦੇ ਹਾਂ। ਦੈਟ ਇਜ਼ ਦ ਰੂਲ ਆਫ ਸੁਸਾਇਟੀ। ਗੁਰੂ ਸਾਹਿਬ ਗੱਲ ਇਹ ਹੈ ਕਿ ਜਿਹੜੇ ਤੁਰਕ ਨੇ, ਮੁਗਲ ਨੇ, ਜ਼ੁਲਮ ਕਰਦੇ, ਤੇ ਜ਼ੁਲਮ ਵੀ ਇੰਨਾ ਕਰਦੇ, ਭਾਰਤੀ ਖਿੱਤੇ ਦੀਆਂ ਇਸਤਰੀਆਂ ਦੀ ਬੇਪਤੀ ਕਰਦੇ ਆਏ ਦਿਨ। ਇਹਦਾ ਸਾਨੂੰ ਸਾਰਿਆਂ ਨੂੰ ਪਤਾ। ਇਹਦੇ ਬਾਅਦ ਰੀਸੈਂਟਲੀ ਸ਼ਾਇਦ ਤੁਹਾਨੂੰ ਪਤਾ ਹੋਏ, ਜਦੋਂ ਜਿਹੜਾ ਆ ਈਜ਼ੀਲੀ DNA ਟੈਸਟਿੰਗ ਵਗੈਰਾ ਅਵੇਲੇਬਲ ਹੋਈ, ਤੇ ਵੱਡੇ ਲੈਵਲ 'ਤੇ ਪਤਾ ਲੱਗਾ ਕਿ ਪਤਾ ਨਹੀਂ ਵੱਡੀ ਪਾਪੂਲੇਸ਼ਨ ਦੇ ਹਿੱਸੇ ਦੇ ਵਿੱਚੋਂ ਜਿਹੜਾ ਜ਼ੰਗੇਜ਼ ਖਾਨ ਆ ਵਕਤ ਦਾ ਹੁਕਮਰਾਨ, ਉਸ ਮੰਗੋਲ ਦੀ ਜਿਹੜੀ ਇਸ ਤਰ੍ਹਾਂ ਦੀ ਐਂਚੈਸਟਰੀ ਹੈਗੀ ਆ, ਜਿਹੜੀ ਉਹਦੇ ਖਾਸ ਕਰਕੇ ਉਹਦਾ DNA ਲੱਭਿਆ। ਇਹ ਕਿਵੇਂ ਲੱਭ ਗਿਆ ਇੰਨਾ ਜ਼ਿਆਦਾ? ਕਿਉਂਕਿ ਇਤਨੀ ਜ਼ਿਆਦਾ ਬੇਪਤੀ ਕੀਤੀ ਗਈ ਕਿ ਉਹ ਬੀਜ ਖਿਲਰ ਗਿਆ ਸਾਰਾ, ਤੇ ਉਹ ਅਜੇ ਵੀ ਹੈ। ਉਹ ਪਿੱਛੇ ਹੈਰੀਟਰੀ ਜਾ ਕੇ ਪਤਾ ਲੱਗ ਜਾਂਦਾ ਵੀ ਉੱਥੋਂ ਆ ਰਿਹਾ ਸਾਰਾ। ਮਤਲਬ ਇਹ ਆਮ ਦਸਤੂਰ ਸੀਗਾ ਉਹਨਾਂ ਰੂਪਾਂ ਦੇ ਵਿੱਚ। ਉਹ ਜਿਹੜਾ ਸਵਾਲ ਪੁੱਛਿਆ ਗਿਆ ਗੁਰੂ ਸਾਹਿਬ ਨੂੰ, ਕਹਿਣ ਲੱਗੇ ਕਿ ਬਚਨ ਇਹ ਨੇ ਤਵਾਰੀਖ ਦੇ ਗ੍ਰੰਥਾਂ ਦੇ ਹੋਏ ਨੇ ਕਿ ਗੁਰੂ ਸਾਹਿਬ ਸਗਲ ਤੁਰਕ ਭੁਗਵੇਂ ਹਿੰਦਵਾਨੀ, ਸਾਰੇ ਤੁਰਕ ਹਿੰਦ ਕੀ ਜਿਹੜਾ ਇਹ ਔਰਤ ਹੈ ਇੱਥੇ ਹੈ ਇਹਦੀ ਬੇਪਤੀ ਕਰ ਰਹੇ ਨੇ। ਸਗਲ ਤੁਰਕ ਭੁਗਵੇਂ ਹਿੰਦਵਾਨੀ, ਹਮ ਬਦਲਾ ਲੈ ਭਲਾ ਜਨਾਵੇਂ, ਗੁਰ ਸਾਸਤ ਕਿਉਂ ਬਰਜ ਹਟਾਵੇਂ। ਜੇ ਮਨ ਵਿੱਚ ਇਹ ਆਏ ਵੀ ਇਹਨਾਂ ਤੋਂ ਬਦਲਾ ਲਿਆ ਜਾਏ, ਫਿਰ ਗੁਰੂ ਕੇ ਸ਼ਾਸਤਰ, ਉਪਦੇਸ਼, ਰਚਨਾਵਾਂ, ਰਾਈਟਿੰਗ, ਗੁਰਬਾਣੀ ਜਿਹੜੀ ਹੈ ਕਿਉਂ ਵਰਜਦੀ ਹੈ ਸਾਨੂੰ? ਤੁਸੀਂ ਸਾਨੂੰ ਕੁਝ ਹੋਰ ਮੈਸੇਜ ਦੇ ਰਹੇ ਹੋ, ਇਹਦਾ ਕੀ ਕਾਰਨ ਹੈ? ਤੇ ਗੁਰੂ ਸਾਹਿਬ ਨੇ ਫਿਰ ਜਵਾਬ ਦਿੱਤਾ। ਗੁਰੂ ਸਾਹਿਬ ਕਹਿੰਦੇ ਗੱਲ ਇਹ ਹੈ ਕਿ ਅਸੀਂ ਹਮਲੇ ਜਾਨੋ ਪੰਥ ਉਚੇਰਾ, ਸਾਡਾ ਰਾਹ ਕੁਝ ਹੋਰ ਹੈ। ਅਸੀਂ ਇੱਕ ਉਚੇਰੀ ਥਾਂ ਤੇ ਪੰਥ ਨੂੰ ਲੈ ਕੇ ਜਾਣਾ ਆ। ਇਹ ਇੱਕ ਵਾਈਲਡ ਬਿਹੇਵੀਅਰ ਆ। ਇਹ ਬਿਹੇਵੀਅਰ ਨਹੀਂ ਸੋਭਦਾ ਮਨੁੱਖ ਨੂੰ। ਮਨੁੱਖ ਕਿਸੇ ਦੇ ਬਦਲੇ ਦੇ ਵਿੱਚ ਰਿਟੈਲੀਏਟ ਕਰੇ, ਇਹ ਨਹੀਂ ਠੀਕ। ਮਨੁੱਖ ਅਨਸਿਵਲਾਈਜ਼ ਹੋ ਜਾਏ ਕਿਸੇ ਸਿਚੁਏਸ਼ਨ ਵਿੱਚ, ਇਹ ਨਹੀਂ ਠੀਕ। ਇਹ ਤੁਹਾਡੀ ਹਿਸਟਰੀ ਹੈ। ਦੁਨੀਆ ਦਾ ਐਸਾ ਰੈਵੋਲੂਸ਼ਨ ਜਿਹਦੇ ਵਿੱਚ ਮਤਲਬ ਖੂਨ ਦਾ ਦਰਿਆ ਲੰਘਦੇ ਨੇ ਤੁਹਾਡੇ ਬਜ਼ੁਰਗ, ਪਰ ਇਹਦੇ ਬਾਵਜੂਦ ਵੀ ਨਾ ਇਨਸਾਨੀਅਤ ਛੱਡਦੇ ਨੇ, ਨਾ ਸ਼ੁਭ ਗੁਣ ਛੱਡਦੇ ਨੇ, ਕਿਸੇ ਤਰੀਕੇ ਦੇ ਨਾਲ ਵੀ ਆਪਣੇ ਲੈਵਲ ਤੋਂ ਥੱਲੇ ਨਹੀਂ ਡਿੱਗਦੇ। ਇਹਦਾ ਇੱਕੋ ਹੀ ਤਰੀਕਾ ਆ, ਰੱਬ ਨੂੰ ਯਾਦ ਰੱਖਣਾ, ਗੁਣਗਾਨ ਕਰਨਾ, ਗੁਰਬਾਣੀ ਪੜ੍ਹਨੀ, ਭਗਤੀ ਕਰਨੀ, ਤੇ ਫਿਰ ਭਗਤੀ ਕਰਦਿਆਂ ਹੋਇਆਂ ਇਕੱਲਾ ਆਪ ਨਹੀਂ ਬਲਕਿ ਦੂਜਿਆਂ ਨੂੰ ਸੁਣਾਉਣਾ, ਦੂਜਿਆਂ ਨੂੰ ਡੈਮੋਸਟ੍ਰੇਸ਼ਨ ਕਰਕੇ ਦੱਸਣੀ, ਆਹ ਜੀਵਨ ਹੈ। ਇਹ ਹੈ ਰਾਹ ਅਸਲ ਵਿੱਚ। ਇਸ ਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣੇ। ਇਹ ਹੈ ਸ਼ਬਦ ਦੇ ਜ਼ਰੀਏ ਗੋਬਿੰਦ ਦਾ ਅਸਲ ਗੁਣਗਾਨ ਕਰਦਿਆਂ ਹੋਇਆਂ ਪ੍ਰਸਾਰ ਪ੍ਰਚਾਰ ਕਰਨਾ। ਰਹਾਓ ਸ਼ੁਰੂਆਤੀ ਬੰਦ ਆ, ਗੋਬਿੰਦ ਊਜਲ ਊਜਲ ਹੰਸਾ। ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਤੇ ਨਾਮ ਉਜਲਾ ਆ, ਰੌਸ਼ਨੀ ਦੇਣ ਵਾਲਾ ਆ। ਜਿਹੜੇ ਉਹਦੇ ਨਾਲ ਜੁੜ ਗਏ ਉਹ ਵੀ ਹੰਸ ਹੋ ਗਏ, ਉਹਨਾਂ ਨੂੰ ਵੀ ਉਹ ਉਜਲਾ ਕਰ ਦਿੰਦਾ ਆ। ਅਗਲਾ ਬਚਨ ਹੈ, ਮਨ ਬਾਣੀ ਨਿਰਮਲ ਮੇਰੀ ਮਨਸਾ। ਜਿਹਦੇ ਮਨ ਵਿੱਚ ਉਹਦੀ ਬਾਣੀ ਦਾ ਭਾਵ ਆ ਗਿਆ, ਉਹਦੀ ਮਨਸਾ, ਇੱਛਾ, ਖਾਸ਼। ਕਈ ਵਾਰ ਹੁੰਦਾ ਹੈ ਬੰਦਾ ਆਪਣੇ ਮਨ ਦੀਆਂ ਇੱਛਾਵਾਂ ਤੋਂ ਡਰਦਾ ਆ। ਜਿਵੇਂ ਸਪੋਜ਼ ਕਰੋ ਕੋਈ ਬੰਦਾ ਕਿਸੇ ਦਾ ਕਤਲ ਕਰਨਾ ਚਾਹੁੰਦਾ, ਨੁਕਸਾਨ ਕਰਨਾ ਚਾਹੁੰਦਾ ਹੈ, ਜਾਂ ਆਪਣਾ ਹੀ ਕਰਨਾ, ਸੁਸਾਈਡ ਕਰਨਾ ਚਾਹੁੰਦਾ ਹੈ, ਇਹ ਮਨਸਾ ਚੰਗੀ ਨਹੀਂ ਗਈ। ਇਸੇ ਕਰਕੇ ਕਿਹਾ ਜਾਂਦਾ ਹੈ ਮਨ ਦੀਆਂ ਇੱਛਾਵਾਂ ਜਿਹੜੀਆਂ ਨੇ ਇਹ ਸਹੀ ਹੋਣੀਆਂ ਚਾਹੀਦੀਆਂ ਨੇ। ਇਹ ਸਹੀ ਇੱਛਾਵਾਂ ਤਾਂ ਹੀ ਆਉਣਗੀਆਂ ਜੇ ਇਹਦੇ ਰੂਟਸ ਸਹੀ ਆ ਰਹੇ ਨੇ, ਕਿਤੋਂ ਥਾਟਸ ਚੰਗੇ ਆ ਰਹੇ ਨੇ। ਜਦੋਂ ਗੁਰੂ ਸਾਹਿਬ ਕਹਿੰਦੇ ਮਨ ਬਾਣੀ ਨਿਰਮਲ ਮੇਰੀ ਮਨਸਾ, ਫਿਰ ਮਨ ਉਜਲ ਸਦਾ ਮੁਖ ਸੋ ਹੈ, ਅਤ ਉਜਲ ਨਾਮ ਤੇ ਆਵਣਿਆ। ਜਿਹੜੇ ਅੱਤ ਦੇ ਉਜਲ ਨਾਮ ਨੂੰ ਧਿਆਉਂਦੇ ਨੇ, ਅੱਤ ਦੀ ਵਧੀਆ ਸਭ ਤੋਂ, ਸਾਡੇ ਲਿਟਰੇਚਰ 'ਚ ਗੱਲ ਕਹੀ ਜਾਂਦੀ ਹੈ, ਉਹਨਾਂ ਦਰਿਆਵਾਂ ਦਾ ਪਾਣੀ ਜ਼ਿਆਦਾ ਸ਼ੀਤਲ, ਠੰਡਾ ਤੇ ਚੰਗਾ ਹੁੰਦਾ ਹੈ ਜਿਨ੍ਹਾਂ 'ਚ ਚੋਟੀ ਦੀ ਬਰਫ਼ ਖੁਰ ਕੇ ਆਉਂਦੀ ਹੈ। ਅਲਟੀਮੇਟਲੀ ਤੇ ਤੁਸੀਂ ਬੋਲ, ਬਚਨ ਔਰ ਖਿਆਲ ਕਿਸੇ ਨਾ ਕਿਸੇ ਚੀਜ਼ ਨੂੰ ਤੇ ਮਨ ਵਿੱਚ ਜਗ੍ਹਾ ਦਿਓਗੇ ਨਾ। ਜੇ ਤੁਸੀਂ ਸੋ ਕਾਲਡ ਮੂਵੀਜ਼ ਦੇਖਦੇ ਹੋ, ਨਾਟਕ ਦੇਖਦੇ ਹੋ, ਕੋਈ TV ਵਗੈਰਾ ਕੁਝ ਇਹੋ, ਉਹਨਾਂ ਚੀਜ਼ਾਂ ਦੀ ਮਨ 'ਚ ਪ੍ਰੋਸੈਸ ਕਰੀ ਜਾਂਦੇ ਹੋ, ਕਿੰਨਾ ਕੁ ਵਧੀਆ ਹੋਏਗਾ ਪਾਣੀ ਉਹ, ਜਿੱਥੇ ਚੋਟੀ ਦੀ ਬਰਫ਼ ਖੁਰ ਕੇ ਆਏਗੀ, ਜਿੱਥੇ ਚੰਗੇ ਲਿਟਰੇਚਰ, ਚੰਗੀ ਆਲਮੀ ਕਿਸਮ ਦੀ ਜਿਹੜੀ ਹੈ ਉਹ ਸੋਚ ਪਿਘਲ ਕੇ ਆਏਗੀ। ਉਹ ਦਰਿਆ ਵਾਕਿਆ 'ਚ ਠੰਡਾ ਹੋਏਗਾ, ਸ਼ੀਤਲ ਹੋਏਗਾ, ਉਸ ਮਨ ਦਾ ਅਹਿਸਾਸ ਡਿਫਰੈਂਟ ਹੋਏਗਾ। ਇੱਥੇ ਸਾਹਿਬ ਬਿਆਨ ਕਰਦੇ, ਅਤ ਉਜਲ ਨਾਮ ਤੇ ਆਵਣੇ। ਅਤ ਦਾ ਉਜਲ ਨਾਮ, ਅਤ ਦੀ ਰੌਸ਼ਨੀ ਦੇਣ ਵਾਲੀ ਬਾਤ ਹੋ ਰਹੀ ਹੈ ਇਹਦੇ 'ਚ। ਦੂਸਰਾ ਪਦ ਆਇਆ, ਗੋਬਿੰਦ ਗਾਵੇਂ ਸਹਿਜ ਸੁਭਾਏ। ਇਹ ਸ਼ਬਦ ਵੀ ਵਾਰ-ਵਾਰ ਰੈਪੀਟੀਸ਼ਨ 'ਚ ਆਉਂਦੇ ਨੇ। ਜਿਹੜਾ ਗੋਬਿੰਦ ਦਾ ਜਾਪਣਾ ਅਲਾਪਣਾ ਆ,
ਸਹਿਜ ਸੁਭਾਏ। ਨੋ ਡਾਊਟ ਤੁਸੀਂ ਜਦੋਂ ਬੱਚੇ ਨੂੰ ਸਕੂਲ ਭੇਜਦੇ ਹੋ, ਫੋਰਸ ਕਰਦੇ ਹੋ, ਥੋੜ੍ਹਾ ਬਹੁਤਾ ਉਹਨੂੰ ਪੜ੍ਹਾਉਣ ਲਈ ਵੀ ਫੋਰਸ ਕਰਦੇ ਹੋ, ਜਦੋਂ ਬੜੀ ਉਹਦੀ ਕਿਹਾ ਜਾਏ ਕਿ ਬੜੀ ਬਿਗਨਿੰਗ ਹੁੰਦੀ ਹੈ, ਬੜੀ ਐਜ਼ ਏ ਬਿਗਨਰ, ਐਜ਼ ਏ ਫਸਟ ਸਟੇਜ ਦੇ ਉੱਤੇ। ਮਗਰ ਜੇ ਤੁਹਾਨੂੰ ਲਗਾਤਾਰ 5, 7, 10 ਜਮਾਤਾਂ ਪੜ੍ਹਾਉਂਦਿਆਂ ਤੱਕ ਵੀ ਉਨਾ ਹੀ ਫੋਰਸ ਕਰਨਾ ਪਏ, ਉਹ ਬੱਚਾ ਨਹੀਂ ਪੜ੍ਹੇਗਾ। ਇਹ ਚੀਜ਼ ਸਹਿਜ ਸੁਭਾਅ ਹੋਣੀ ਚਾਹੀਦੀ ਹੈ, ਸੈਲਫ ਰਿਸਪੋਂਸੀਬਲ ਹੋਣਾ। ਇਹ ਚੀਜ਼ ਜਿਹੜੀ ਹੈ ਧਾਰਮਿਕ ਤੌਰ 'ਤੇ ਥੋੜ੍ਹਾ ਬਹੁਤਾ ਪੁਸ਼ ਤੇ ਕਰਨਾ ਪਏਗਾ। ਪਰ ਜੇ ਬੰਦਾ ਕਹੇ ਵੀ ਹਰ ਵਕਤ ਪੁਸ਼ ਕਰਕੇ ਹੀ ਕਿਸੇ ਹੱਠ ਵਿੱਚੋਂ ਹੀ ਧਰਮ ਪੈਦਾ ਹੋਏਗਾ, ਇਹ ਨਹੀਂ ਹੈਗਾ। ਸਹਿਜ ਸੁਭਾਏ ਆਪਣੇ ਆਪ। ਗੁਰੂ ਸਾਹਿਬ ਨੇ ਕਿਹਾ, ਅਰਦਾਸ ਕਰ ਗੋਬਿੰਦ ਗਾਵੇਂ ਸਹਿਜ ਸੁਭਾਏ, ਗੁਰ ਕੈ ਭੈ ਉਜਲ ਹਉਮੈ ਮਲ ਜਾਏ। ਗੁਰੂ ਦੇ ਭੈ ਵਿੱਚ ਰਹਿ ਕੇ ਉਜਲਾ ਹੋ ਜਾਏ, ਤੇ ਉਜਲਾ ਤਾਂ ਹੀ ਹੋਏਗਾ ਹਉਮੈ ਮਲ ਜਾਏ, ਜੇ ਹੰਕਾਰ ਦੀ ਮੈਲ ਚਲੀ ਜਾਏਗੀ। ਜੇ ਅੰਦਰੋਂ ਕੁਝ ਵੀ ਚੰਗਾ ਥੋੜ੍ਹਾ ਬਹੁਤਾ ਹੋਇਆ ਨਹੀਂਗਾ, ਜਿਵੇਂ ਸਪੋਜ਼ ਅੱਜ ਦੇ ਮਾਹੌਲ ਵਿੱਚ ਲੈ ਲਈਏ, ਤੇ ਜਿਹੜੇ ਲੋਕ ਪੰਜਾਬ ਦੀ ਫਿਜ਼ਾਂ ਦੇ ਵਿੱਚੋਂ ਆਏ ਹੋਏ ਨੇ ਜਾਂ ਪੰਜਾਬ ਵਿੱਚ ਅੱਜ ਵੀ ਰਹਿ ਰਹੇ ਨੇ, ਸਿੱਖੀ ਉਹਨਾਂ ਦੀ ਵਿਰਾਸਤ ਆ, ਤੇ ਸਿੱਖੀ ਨਾਲ ਜੁੜਨਾ ਚਾਹੀਦਾ। ਹੁਣ ਸਿੱਖੀ ਦੇ ਵਿੱਚ ਪਹਿਲੇ ਨੰਬਰ 'ਤੇ ਕੇਸ ਆ ਰਹੇ ਨੇ, ਦੂਸਰੇ ਨੰਬਰ 'ਤੇ ਡਿਸਿਪਲਿਨ ਆ ਰਿਹਾ ਹੈਗਾ। ਇਹ ਕੰਪਲੀਟ ਪੈਕੇਜ ਆ ਪੂਰਾ। ਬੰਦਾ ਇਸ ਪੈਕੇਜ ਨੂੰ ਫੋਲੋ ਨਹੀਂ ਕਰਦਾ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ, ਉਹ ਆਲੇ ਦੁਆਲੇ ਕੁਝ ਦੇਖਦਾ ਆ ਕਿ ਜਿਹੜੇ ਲੱਗਦਾ ਹੈ ਵੀ ਸਿੱਖ ਨੇ ਜਾਂ ਕੁਛ ਹੈਗੇ ਨੇ, ਤੇ ਉਹਨਾਂ 'ਚ ਕੋਈ ਕਮੀਆਂ ਦਿਸਦੀਆਂ ਨੇ, ਖਾਮੀਆਂ ਦਿਸਦੀਆਂ ਨੇ। ਫਿਰ ਬੰਦਾ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਵੀ ਦੇਖਿਆ ਨਾ, ਇਹਦੇ ਨਾਲ ਤਾਂ ਅਸੀਂ ਚੰਗੇ ਆ ਘੱਟ ਤੋਂ ਘੱਟ। ਹੁਣ ਆਹ ਜਿਹੜੀ ਚੀਜ਼ ਆ, ਇਹ ਕਿਵੇਂ ਜਸਟੀਫਾਈ ਹੋ ਸਕਦੀ ਹੈ? ਹਾਂ, ਹਉਮੈ ਵੱਧ ਸਕਦੀ ਹੈ ਇਹਦੇ ਨਾਲ, ਹੰਕਾਰ ਵੱਧ ਜਾਂਦਾ ਬੰਦੇ ਦਾ। ਵੀ ਲੈ, ਇਹਦੇ ਨਾਲ ਤਾਂ ਪਿਆਲੀਆਂ ਲਾਉਣ ਵਾਲੇ ਠੀਕ ਨੇ, ਇਹਦੇ ਨਾਲੋਂ ਤੇ ਆਹ ਫਲਾਣੇ ਠੀਕ ਨੇ, ਕਿਉਂਕਿ ਆਹ ਦੇਖ ਲੈ, ਆਪ ਬਾਣੀ ਪੜ੍ਹਨ ਵਾਲੇ ਦੇਖ ਲਓ, ਗੁਰਦੁਆਰੇ ਵਾਲੇ ਦੇਖ ਲਓ, ਫਲਾਂ ਦੇਖ ਲਓ। ਭਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸਮਾਜ ਵਿੱਚ, ਸੰਸਾਰ ਵਿੱਚ, ਆਲੇ ਦੁਆਲੇ। ਪਰ ਇਹ ਹੈ, ਧਾਰਮਿਕ ਬਣਨ ਦਾ ਮਤਲਬ ਇਹੀ ਹੈ, ਜਾਂ ਚੰਗੇ ਬਣਨ ਦਾ ਮਤਲਬ ਇਹ ਹੈ ਹੰਕਾਰ ਤੋਂ ਮੁਕਤ ਹੋਣਾ। ਇਹ ਸਾਡੇ ਸਾਰਿਆਂ ਲਈ ਇੱਕੋ ਜਿਹਾ ਹੀ ਹੈ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ ਕਿ ਗੁਰ ਕੈ ਭੈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹਿ ਭਗਤ ਕਰਹਿ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਸਦਾ ਆਨੰਦ ਰਹਿ ਭਗਤ ਕਰਹਿ ਦਿਨ ਰਾਤੀ। ਸਦਾ ਆਨੰਦ ਵਿੱਚ ਰਹਿਣਾ ਤੇ ਰਾਤ ਦਿਨ ਭਗਤੀ ਕਰਨੀ। ਹੁਣ ਇਹ ਆਨੰਦ ਅਵਸਥਾ ਤੇ ਰਾਤ ਦਿਨ ਭਗਤੀ ਕਰਨ ਦਾ ਮਾਇਨਾ ਵੀ ਸਮਝ ਲਿਆ ਜਾਏ ਕਿ ਇੱਕ ਤੇ ਹੈਗਾ ਕਿ ਜਿਵੇਂ ਜੋਗੀ ਵਗੈਰਾ ਹੁੰਦੇ ਸੀਗੇ ਵੀ ਹਰ ਵਕਤ ਇੱਕੋ ਕੰਮ ਵਿੱਚ ਲੱਗੇ ਨੇ। ਸਿੱਖੀ ਦੇ ਵਿੱਚ ਭਗਤੀ ਦਾ ਰੰਗ ਬਦਲਿਆ ਤੇ ਆਨੰਦ ਦੀ ਅਵਸਥਾ ਵੀ ਬਦਲੀ। ਇੱਕ ਆਨੰਦ ਦੀ ਅਵਸਥਾ ਆ ਜਿਹਨੂੰ ਅੱਜ ਕੱਲ੍ਹ ਅਸੀਂ ਮੈਰੂਆਨਾ ਦੇ ਵਿੱਚ ਜਿਹੜੀ ਸਟੱਡੀ ਆ ਰਹੀ ਸਾਡੇ ਕੋਲ, ਖਾਸ ਕਰਕੇ ਸਾਡੇ ਨਿਊਰੋ ਟਰਾਂਸਮੀਟਰਸ ਦੀ, ਨਿਊਰੋ ਸਿਸਟਮ ਦੀ, ਨਿਊਰੋ ਵਾਇਰਿੰਗ ਸਿਸਟਮ ਦੇ ਵਿੱਚ, ਉਹ ਜਿਹੜਾ ਸਾਡੇ ਬ੍ਰੇਨ ਦਾ ਇੱਕ ਹਿੱਸਾ ਆ ਜਿਹੜਾ ਇੱਕ ਖਾਸ ਕੈਮੀਕਲ ਦੇ ਨਾਲ, ਕਿਉਂਕਿ ਜਿਹੜਾ ਜਿਵੇਂ ਮੋਸਟਲੀ ਜਿਹੜੇ ਡਰੱਗਸ ਹੁੰਦੇ ਨੇ, ਇਹਨਾਂ ਦੀਆਂ ਦੋ ਕੈਟਾਗਰੀਜ਼ ਹੁੰਦੀਆਂ ਨੇ, ਜਾਂ ਸਟੀਮੂਲੇਟ ਕਰਦੇ ਨੇ ਜਾਂ ਇਹ ਡਿਪਰੈਸ ਕਰਦੇ ਨੇ। ਦੋ ਹੀ ਕੰਮ ਕਰਦੇ ਨੇ। ਕੁਝ ਦੋਨੋਂ ਕਰਦੇ ਨੇ, ਜਿਵੇਂ ਅਲਕੋਹਲ ਵਗੈਰਾ ਹੈਗੀ, ਦੋਨੋਂ ਕੰਮ ਕਰਦੀ ਹੈ। ਇਹਦੇ 'ਚ ਪਹਿਲੇ ਲੈਵਲ 'ਤੇ ਸਟੀਮੂਲੇਟ ਕਰਦੀ, ਫਿਰ ਡਿਪਰੈਸ ਕਰਦੀ ਹੈ। ਤੇ ਇਸ ਤਰੀਕੇ ਨਾਲ ਤੁਸੀਂ ਦੇਖਿਆ ਹੋਵੇ ਜਿਹੜੇ ਬਹੁਤੇ ਡਰਿੰਕ ਵਗੈਰਾ ਕਰਦੇ ਨੇ, ਪਹਿਲਾਂ ਤਾਂ ਉਹ ਬੜੇ ਮਤਲਬ ਜਦੋਂ ਅੰਦਰ ਜਾਂਦੀ ਹੈ ਸ਼ਰਾਬ, ਤੇ ਉਹ ਬੜੇ ਬੱਕਰੇ ਬੁਲਾਉਂਦੇ ਨੇ ਤੇ ਬੜੇ ਸ਼ੇਰ ਬਣ ਜਾਂਦੇ ਨੇ, ਤੇ ਉਹੀ ਬੰਦਾ ਥੋੜ੍ਹੀ ਦੇਰ ਬਾਅਦ ਰੋਣ ਲੱਗਾ ਹੁੰਦਾ ਇਸ ਤਰੀਕੇ ਨਾਲ, ਆਹ ਕੀ ਬਣ ਗਿਆ, ਇਹ ਦੋ ਕੀ ਹੋ ਗਿਆ, ਕਿਉਂਕਿ ਉਹਦਾ ਕੰਮ ਆ, ਉਹੀ ਕਰਦੀ ਹੈ ਸਾਡੇ ਬ੍ਰੇਨ ਦੇ ਨਾਲ ਜਾ ਕੇ। ਜਾਂ ਕੁਝ ਡਰੱਗਸ ਜਿਹੜੇ ਨੇ ਬਿਲਕੁਲ ਸਟੀਮੂਲੇਟ ਹੀ ਕਰਦੇ ਨੇ, ਕੁਝ ਜਿਹੜੇ ਨੇ ਬਿਲਕੁਲ ਤੁਹਾਨੂੰ ਡਿਪਰੈਸਡ ਕਰਦੇ ਨੇ ਉਸ ਤਰੀਕੇ ਨਾਲ। ਪਰ ਜਿਹੜਾ ਜਿਵੇਂ ਭੰਗ ਵਾਲਾ ਖੇਤਰ ਆ, ਇਹ ਜਿਹੜਾ ਹੈਗਾ, ਇਹਦਾ ਕੰਮ ਬਿਲਕੁਲ ਡਿਫਰੈਂਟ ਆ। ਇਹਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਹੈ ਹੋਲੂਸੀਨੇਸ਼ਨ ਪੈਦਾ ਕਰਦੀ ਹੈ। ਨਾ ਸਟੀਮੂਲੇਟ ਕਰ ਰਹੀ ਹੈ, ਨਾ ਡਿਪਰੈਸਡ ਕਰ ਰਹੀ ਹੈ, ਹੋਲੂਸੀਨੇਸ਼ਨ ਪੈਦਾ ਕਰਦੀ ਹੈ। ਇੱਕ ਮਤਲਬ ਬੰਦੇ ਦੇ ਵਿੱਚ ਉਹਨੂੰ ਰਿਐਲਿਟੀ ਤੋਂ ਤੋੜ ਦਿੰਦੀ ਹੈ। ਮਤਲਬ ਜਿਵੇਂ ਸਪੋਜ਼ ਕਰੋ ਬਹੁਤ ਜ਼ਿਆਦਾ ਕਿਤੇ ਅੰਦਰ ਚੱਲੀ ਜਾਏ ਤੇ ਬੰਦੇ ਨੂੰ ਐਵੇਂ ਲੱਗੇ ਜਿਵੇਂ ਮੈਂ ਸਟੇਜ 'ਤੇ ਬੈਠਾ, ਮੇਰੀ ਸਟੇਜ ਉੱਡ ਰਹੀ ਹਵਾ 'ਚ, ਰਿਐਲਿਟੀ ਤੋਂ ਮੈਂ ਦੂਰ ਚਲਾ ਗਿਆ। ਮੈਂ ਇੱਕ ਜਿਹੜਾ ਹੈਗਾ ਡਿਫਰੈਂਟ ਲੈਵਲ 'ਤੇ ਇੱਕ ਜਿਹੜਾ ਹੈਗਾ ਉਹ ਪੈਰਾਨੋਇਡਸ ਹੋਣੇ ਸ਼ੁਰੂ ਹੋ ਗਏ ਨੇ ਮੈਨੂੰ। ਉਹਦੇ 'ਚ ਬ੍ਰੇਨ ਦਾ ਇੱਕ ਹਿੱਸਾ ਹੈਗਾ ਜਿਹਨੂੰ ਕਹਿੰਦੇ ਨੇ ਆਨੰਦਾ ਮਾਈਂਡ, ਉਹ ਐਕਟਿਵ ਹੋ ਜਾਂਦਾ। ਇਹ ਪੁਰਾਣੇ ਸਮੇਂ ਜਿਹੜੇ ਜੋਗੀ ਵਗੈਰਾ ਹੁੰਦੇ ਸੀਗੇ, ਧਤੂਰਾ ਪੀ ਲੈਣਾ, ਭੰਗ ਪੀ ਲੈਣੀ, ਬਹੁਤ ਜ਼ਿਆਦਾ। ਇਹਦਾ ਐਕਚੁਅਲੀ ਜਿਹੜਾ ਬੇਸਿਕ ਨਾਮ ਆ, ਉਹ ਨਾਮ ਹੀ ਡਾਟਰ ਆਫ ਹਿਮਾਲੀਅਨ ਕਹਿੰਦੇ ਨੇ ਇਹਨੂੰ, ਵੀ ਹਿਮਾਲਿਆ ਦੇ ਪਹਾੜਾਂ ਦੀ ਇਹ ਜਿਹੜੀ ਹੈਗੀ ਹੈ ਉਹਦੀ ਬੂਟੀ ਹੈ।
ਉੱਥੋਂ ਆਈ ਹੈ, ਇਸ ਰੂਪ ਵਿੱਚ ਬਾਤ ਆਉਂਦੀ ਹੈ। ਉਹ ਸਾਰੇ ਦੇ ਅੰਦਰ ਹੁਣ ਜਿਹੜੀ ਚੀਜ਼ ਇਸ ਕਿਸਮ ਦੀ ਆ ਰਹੀ ਕਿ ਉਹਨੂੰ ਉਹ ਕਿਹਾ ਗਿਆ ਕਿ ਇਹ ਕੋਈ ਆਨੰਦ ਅਵਸਥਾ ਹੈ, ਉਸ ਕਿਸਮ ਦੀ ਬਾਤ ਹੋ ਰਹੀ ਹੈ। ਗੁਰਮਤ ਦਾ ਆਨੰਦ ਉਹ ਆਨੰਦ ਨਹੀਂ ਗਾ ਜਿਹੜਾ ਜੋਗੀਆਂ ਵਾਲਾ ਜਾਂ ਆਨੰਦਾ ਮਾਈਂਡ ਵਾਲਾ, ਜਾਂ ਜਿਹੜਾ ਇਸ ਤਰੀਕੇ ਦੇ ਜਿਹੜੀ ਹੈ ਹੋਲੂਸੀਨੇਸ਼ਨ ਵਿੱਚ ਚਲੇ ਜਾਣਾ, ਮਤਲਬ ਕਲਪਨਾ ਕਰਨੀ, ਬੰਦੇ ਨੇ ਅੱਖਾਂ ਬੰਦ ਕੀਤੀਆਂ ਸਵਰਗ ਪਹੁੰਚ ਗਿਆ, ਫਲਾਂ ਜਗ੍ਹਾ 'ਤੇ ਪਹੁੰਚ ਗਿਆ। ਜਾਂ ਤੁਸੀਂ ਕਿਤੇ ਜਿਹੜੀ ਉਹ ਜੋਗੀਆਂ ਦੀ ਇੱਕ ਖਾਸ ਕਿਰਿਆ ਹੈਗੀ ਹੈ ਜਿਹਦੇ 'ਚ ਉਹ ਕਰਵਾਉਂਦੇ ਨੇ, ਇਹਨਾਂ ਮੁਲਕਾਂ 'ਚ ਬੜੀ ਲੋਕ ਕਰਵਾਉਂਦੇ ਨੇ ਉਸ ਕਿਸਮ ਨਾਲ ਸਾਇਲੈਂਟ ਪ੍ਰੈਕਟਿਸ ਤੇ ਸਾਰੀ, ਅਤੇ ਉਹਦੇ 'ਚ ਤੁਸੀਂ ਦੇਖਿਆ ਹੋਵੇਗਾ ਕਿ ਬੱਚੇ ਨੂੰ ਜਾਂ ਬੈਠੇ ਜਾਂਦਾ, ਬੈਠ ਕੇ ਕਿਹਾ ਜਾਂਦਾ ਓਕੇ ਹੁਣ ਇਮੈਜਿਨ ਕਰੋ ਤੁਹਾਨੂੰ ਤੁਸੀਂ ਲੈਮਨ ਸਮੈਲ ਕਰ ਰਹੇ ਹੋ। ਥੋੜ੍ਹੀ ਦੇਰ ਬਾਅਦ ਬੰਦੇ ਨੂੰ ਐਕਚੁਅਲੀ ਬਿਲਕੁਲ ਉਹ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਕਿ ਲੈਮਨ ਦੀ ਸਮੈਲ ਆ ਰਹੀ ਹੈ। ਨਾਓ ਯੂ ਕੈਨ ਐਕਚੁਅਲੀ ਇਮੈਜਿਨ ਯੂ ਆਰ ਸਮੈਲਿੰਗ ਰੋਜ਼। ਹੁਣ ਉਹ ਚੀਜ਼ ਆ ਰਹੀ ਹੈ। ਹੁਣ ਆਹ ਜਿਹੜੀ ਚੀਜ਼ ਆ ਇਸ ਲੈਵਲ 'ਤੇ ਬੰਦਾ ਇਹ ਫੀਲ ਕਰਨਾ ਨਾਓ ਐਵਰੀਥਿੰਗ ਇਜ਼ ਫਾਈਨ, ਇਹ ਜਿਹੜੀ ਹੈ ਹਿਪਨੋਟਾਈਜ਼ ਕਰਕੇ ਕਿਸੇ ਨੂੰ ਹੋਲੂਸੀਨੇਸ਼ਨ ਤੱਕ ਲੈ ਜਾਣਾ, ਇਹ ਵੱਡੇ ਲੈਵਲ 'ਤੇ ਧਰਮ ਦੀ ਐਕਸਰਸਾਈਜ਼ ਰਹੀ ਹੈ। ਸਾਡੇ ਘਰ ਵਿੱਚ ਵੀ ਇਹੋ ਜਿਹੇ ਤੁਹਾਨੂੰ ਗਰੁੱਪ ਮਿਲ ਜਾਣਗੇ ਜਿਹੜੇ ਇਸ ਕਿਸਮ ਦੇ ਨਾਲ ਉਹ ਗੱਲਾਂ ਕਰਦੇ ਅਤੇ ਦਸਮ ਦੁਆਰ ਖੋਲ੍ਹਣ ਦੀ ਸਾਰੀ, ਬੰਦਾ ਹਿਪਨੋਟਾਈਜ਼ ਹੋ ਜਾਂਦਾ। ਅਤੇ ਇਹ ਕੋਈ ਬਹੁਤ ਨਾ ਸੁਸਾਇਟੀ ਦਾ ਬੈਨੀਫਿਟ ਹੋਇਆ ਇਹਦੇ 'ਚੋਂ, ਨਾ ਕਿਸੇ ਇੰਡੀਵਿਜੂਅਲ ਦਾ। ਗੁਰੂ ਸਾਹਿਬ ਨੇ ਜਿਸ ਆਨੰਦ ਦੀ ਗੱਲ ਕੀਤੀ ਇਹ ਕਰਮ ਆਧਾਰਿਤ ਆ। ਜਿਵੇਂ ਆਪਾਂ ਥੱਲੇ ਲੰਗਰ ਚੱਲ ਰਿਹਾ ਹੈਗਾ, ਕੋਵਿਡ-19 ਦੀ ਸਿਚੁਏਸ਼ਨ ਆ, ਮਨੁੱਖਤਾ ਦੀ ਸੇਵਾ ਵਾਸਤੇ ਫਰੰਟ ਲਾਈਨ ਵਰਕਰਸ ਕੰਮ ਕਰ ਰਹੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਸਾਰਿਆਂ 'ਤੇ ਫੋਕਸ ਕਰਨਾ, ਇਸ ਚੀਜ਼ ਦੇ ਉੱਤੇ ਧਿਆਨ ਦੇਣਾ, ਇਹ ਐਕਚੁਅਲੀ ਖੁਸ਼ੀ ਦੀ ਚੀਜ਼ ਆ। ਇੱਥੇ ਗੁਰੂ ਸਾਹਿਬ ਨੇ ਬਿਆਨ ਕੀਤਾ, ਕਹਿਣ ਲੱਗੇ ਸਦਾ ਆਨੰਦ ਰਹੇ ਭਗਤ ਕਰੇ। ਉਹ ਸਦਾ ਆਨੰਦ ਤੇ ਭਗਤੀ ਦੇ ਕਰਨ ਵਾਲੇ ਕੰਮ ਵਿੱਚ ਲੱਗ ਗਏ ਦਿਨ ਰਾਤੀ। ਸੁਣ ਗੋਬਿੰਦ ਗੁਣ ਗਾਵਣੇ ਆ, ਇਹ ਹੈ ਗੋਬਿੰਦ ਦਾ ਗੁਣਗਾਨ ਸੁਣ ਕੇ। ਹੁਣ ਇਹ ਵੀ ਚੀਜ਼ ਹੈ ਕਿ ਬੰਦੇ ਨੂੰ ਤੁਸੀਂ ਕਹੋ ਕਿ ਤੂੰ ਸੇਵਾ ਕਰਿਆ ਕਰ, ਤੂੰ ਪਰਉਪਕਾਰ ਕਰਿਆ ਕਰ, ਇਹ ਭਾਈ ਚੀਜ਼ਾਂ ਸੁਣ ਕੇ ਅੰਦਰ ਬਹਿੰਦੀਆਂ, ਪਰ ਬੰਦਾ ਫਿਰ ਮਨ ਕਹਿੰਦਾ ਕਿਉਂ ਕਰਾਂ ਮੈਂ। ਬੇਸਿਕਲੀ ਤੇ ਕੁਦਰਤ ਦੇ ਨਿਯਮ ਦੇ ਵਿੱਚ ਫਿਟ ਇਨ ਸਰਵਾਈਵ ਦਾ ਕਨਸੈਪਟ ਹੈ, ਤੇ ਸਰਵਾਈਵਲ ਸਾਰਿਆਂ ਵਾਸਤੇ ਬੜਾ ਜ਼ਰੂਰੀ ਹੈ। ਜਾਨਵਰ ਕੀੜੇ ਮਕੌੜ ਵੀ ਸਰਵਾਈਵਲ ਵਾਸਤੇ ਕੰਮ ਕਰਦੇ ਨੇ, ਮਨੁੱਖ ਵੀ ਸਰਵਾਈਵ ਕਰਨ ਵਾਸਤੇ ਕੰਮ ਕਰਦਾ। ਤੇ ਮਨੁੱਖ ਨੂੰ ਹੁੰਦਾ ਕਿ ਮੈਨੂੰ ਆਪਣੇ ਸਰਵਾਈਵਲ ਦਾ ਸੋਚਣਾ ਚਾਹੀਦਾ, ਮੈਨੂੰ ਆਪਣੇ ਬਾਰੇ ਸੋਚਣਾ ਚਾਹੀਦਾ, ਮੈਨੂੰ ਇਹ ਮੌਲਿਕ ਕੁਦਰਤ ਵੱਲੋਂ ਦਿੱਤੀ ਚੀਜ਼ ਹੈ। ਪਰ ਮਨੁੱਖ 'ਚ ਇਹ ਵੀ ਚੀਜ਼ ਆ, ਮਨੁੱਖ ਆਪਣੇ ਤੋਂ ਵੱਧ ਕੇ ਕਿਸੇ ਦੂਸਰੇ ਦੇ ਭਲੇ ਵਾਸਤੇ ਉਹਨੂੰ ਸਰਵ ਕਰਨ ਵਾਸਤੇ ਤੁਰ ਪੈਂਦਾ ਹੈਗਾ। ਆਪਣੇ ਸਰਵਾਈਵਲ ਨੂੰ ਵੀ ਕਈ ਵਾਰੀ ਉਹ ਜਿਹੜਾ ਆ ਉਹ ਰਿਸਕ 'ਚ ਪਾ ਲੈਂਦਾ ਹੈਗਾ। ਇਹ ਧਰਮੀ ਬਿਰਤੀ ਹੈ। ਇਹ ਉਹ ਬਿਰਤੀ ਹੈ ਜਿਹੜੀ ਅਸਲ ਖੁਸ਼ੀ ਦਿੰਦੀ, ਅਸਲ ਆਨੰਦ ਦਿੰਦੀ। ਇਹਦੇ 'ਚੋਂ ਸ਼ਹੀਦ ਪੈਦਾ ਹੋ ਜਾਂਦੇ ਨੇ। ਇਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਵਾਂ। ਇੱਕ ਬਚਨ ਹੋਰ ਕਹਿ ਕੇ ਵਾਈਂਡ ਅਪ ਕਰ ਦੇਣਾ, ਮਨੁਆ ਨਾਚੈ ਭਗਤ ਦ੍ਰਿੜਾਏ। ਜਦੋਂ ਭਗਤੀ ਬਹੁਤ ਦ੍ਰਿੜ ਹੋ ਜਾਂਦੀ, ਮਨੁਆ ਨੱਚਣ ਲੱਗ ਜਾਂਦਾ। ਮਨੁਆ ਨੱਚਣ ਦਾ ਮਾਇਨਾ ਇਹਦੇ 'ਚ ਕੀ ਹੈ, ਮਨ ਇੱਕ ਨੈਕਸਟ ਸਟੇਜ 'ਤੇ ਆ ਜਾਂਦਾ। ਅਦਰਵਾਈਜ਼ ਮਨ ਜਿਹੜਾ ਆ ਇਹ ਮਤਲਬ ਬੰਦਾ ਬਾਹਰੋਂ ਭਾਵੇਂ ਜਿੰਨੀ ਮਰਜ਼ੀ ਸਮਾਈਲ ਕਰਦਾ ਆ, ਮਨ ਦਾ ਮੌਲਿਕ ਸੁਭਾਅ ਜਿਹੜਾ ਆ ਇਹ ਬੜਾ ਡਿਪਰੈਸਡ ਆ। ਜਿੰਨੀ ਮਰਜ਼ੀ ਖੁਸ਼ੀ ਹੋਏ, ਤੁਸੀਂ ਖੁਸ਼ੀ ਦੇ ਮਾਹੌਲ 'ਚ ਵੀ ਬੈਠੇ ਹੋ, ਪਾਰਟੀ 'ਚ ਬੈਠੇ ਹੋ, ਮਨ ਉਦਾਸ ਹੋ ਜਾਏਗਾ, ਊਬ ਜਾਏਗਾ, ਅੱਕ ਜਾਏਗਾ ਬੜੀ ਜਲਦੀ। ਬੋਰਡਮ ਇੱਥੋਂ ਆਉਂਦਾ ਐਕਚੁਅਲੀ। ਬੋਰਿੰਗ ਇਜ਼ ਨਥਿੰਗ ਐਲਸ that we are not feeling 100%, we are not feeling happy inside. This is coming toward us. ਇੱਥੇ ਮਹਾਰਾਜ ਨੇ ਕਿਹਾ ਵੀ ਜਦੋਂ ਹਾਲਤ ਬਣੀ ਮਨੁਆ ਨਾਚੈ ਭਗਤ ਦ੍ਰਿੜਾ, ਜਦੋਂ ਭਗਤੀ ਦ੍ਰਿੜ ਹੋ ਗਈ ਫਿਰ ਮਨੁਆ ਨੱਚਦਾ ਆ। ਗੁਰ ਕੈ ਸ਼ਬਦ ਮਨੈ ਮਨ ਮਿਲਾਏ। ਤੇ ਇਹ ਇਸ ਮਨ ਦੀ ਅਵਸਥਾ ਨੂੰ ਗੁਰੂ ਕਾ ਸ਼ਬਦ ਮਨ ਦੇ ਨਾਲ ਹੀ ਮਿਲਾਉਂਦਾ ਹੈ, ਮਨ ਵਿੱਚ ਹੀ ਉਹ ਰਵਨ ਕਰਕੇ ਉਸ ਚੀਜ਼ ਨੂੰ ਲਿਆਉਂਦਾ ਆ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ। ਜਦੋਂ ਅਸਲ ਤਾਲਪੂਰ ਨਾਲ ਨੱਚਣ ਦਾ ਮੈਟਾਫੋਰ ਇੱਥੇ ਬਿਆਨ ਕੀਤਾ ਆ, ਉਹਨੂੰ ਕਿਹਾ ਫਿਰ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣੇ ਆ। ਫਿਰ ਸ਼ਬਦ ਦੇ ਜ਼ਰੀਏ ਉਹ ਨਿਰਤ ਕਰਦਾ ਆ। ਉਹ ਐਕਚੁਅਲੀ ਨੈਕਸਟ ਸਟੇਜ ਦੇ ਵਿੱਚ ਜਾ ਕੇ ਉਹ ਜਿਹੜੀ ਗਲੋਰੀਫੁਲਨੈਸ ਆ ਉਹਨੂੰ ਫਿਰ ਇੰਜੋਏ ਕਰਦਾ ਆ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਸਾਨੂੰ ਚੰਗੇਰੀ ਪ੍ਰੇਰਨਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾਲ ਚਤਾਰਿਓ ਜੇ ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।